ਬਿਖੜੇ ਪੈਂਡੇ ਪੰਧ ਲਮੇਰੇ ਤੁਰਨਾ ਪਿਆ ਨੀ ਮਾਏ ਸਾਨੂੰ ਤੁਰਨਾ ਪਿਆ। ਇਹ ਇੱਕ ਲੋਕ ਬੋਲੀ ਹੈ, ਪਰ ਇਹ ਲੋਕ ਬੋਲੀ ਲੋਕਾਂ ਦੇ ਉੱਤੇ ਪੂਰਨ ਤੌਰ ਦੇ ਉੱਤੇ ਢੁੱਕਦੀ ਹੈ। ਅਸੀਂ ਜ਼ਿਲ੍ਹਾ ਅੰਮ੍ਰਿਤਸਰ ਦੇ ਬਿਲਕੁਲ ਸਰਹੱਦੀ ਪਿੰਡ ਮੋਹਾਵਾ ਦੇ ਵਿੱਚ ਆਏ ਹੋਏ ਹਾਂ। ਮੋਹਾਵਾ ਇੱਥੋਂ ਕੁਝ 100 ਮੀਟਰ ਦੀ ਦੂਰੀ ਤੇ ਭਾਰਤ ਪਾਕਿਸਤਾਨ ਸਰਹੱਦ, ਦੂਸਰੇ ਪਾਸੇ ਸਾਡਾ ਦੂਸਰਾ ਪੰਜਾਬ ਹੈ, ਲਹਿੰਦਾ ਪੰਜਾਬ ਕਹਿ ਦਿੰਦੇ ਹਾਂ। ਮੈਂ ਤੁਹਾਨੂੰ ਇੱਕ ਹਾਲਾਤ ਵਿਖਾਉਣੇ ਚਾਹੁੰਦਾ। ਸ਼ਹਾਦਤਾਂ ਦੇ ਸਫ਼ਰ ਦੀ ਜਦੋਂ ਗੱਲ ਕਰਦੇ ਹਾਂ, ਸ਼ਹਾਦਤਾਂ ਸਫ਼ਰੇ ਕਿਸਾਨੇ ਸੰਘਰਸ਼ ਦੀ ਜਦੋਂ ਗੱਲ ਕਰਦੇ ਹਾਂ, ਇਹ ਇੱਕ ਪੁਲ ਹੈ, ਪੁਲ ਦੇ ਥੱਲੇ ਨਦੀ ਹੈ। ਇਹੋ ਨਦੀ ਅੱਗੇ ਜਾ ਕੇ ਇੱਕ ਹੋਰ ਪੁਲ ਨੂੰ ਕ੍ਰਾਸ ਕਰਦੀ ਹੈ। ਇਸ ਪੁਲ ਦੇ ਹਾਲਾਤ ਤੁਹਾਨੂੰ ਦਿਖਾਉਣਾ ਕਿ ਸਰਕਾਰਾਂ ਨੇ ਸਾਡੇ ਨਾਲ ਕੀਤਾ ਕੀ ਹੈ। ਤੁਸੀਂ ਆਪ ਅੰਦਾਜ਼ਾ ਲਾਓ ਕਿ ਅੰਦਾਜ਼ਾ ਕੀ ਲਾਓ, ਮੈਂ ਤੁਹਾਨੂੰ ਇੱਕ ਯਾਦ ਦੱਸ ਦਿੰਦਾ। ਅੱਜ ਤੋਂ 11 ਕੁ ਮਹੀਨੇ ਪਹਿਲਾਂ, 1 ਸਾਲ ਨਹੀਂ ਹੋਇਆ, ਇੱਕ ਘਟਨਾ ਵਾਪਰੀ ਸੀ। ਤੁਹਾਨੂੰ ਪਤਾ ਹੋਵੇਗਾ ਕਿ ਇੱਕ ਪੁਲ ਦੇ ਉੱਤੇ ਜੀ ਇੱਕ ਸਕੂਲ ਬੱਸ ਜਾ ਰਹੀ ਸੀ ਔਰ ਉਹ ਪੁਲ ਟੁੱਟ ਗਿਆ ਸੀ। ਬੱਚੇ ਸਮੇਤ ਸਕੂਲ ਬੱਸ ਦੇ ਉਸ ਨਦੀ ਦੇ ਵਿੱਚ ਗਿਰ ਗਏ ਸਨ ਅਤੇ ਕਈ ਬੱਚਿਆਂ ਦੀ ਮੌਤ ਹੋ ਗਈ ਸੀ। ਉਹ ਪੁਲ ਇੱਥੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਹੈ ਅਤੇ ਇਸ ਪੁਲ ਦੀ ਹਾਲਾਤ ਵੀ ਇੱਦਾਂ ਦੇ ਹੀ ਨੇ। ਕਦੇ ਵੀ ਇਹ ਪੁਲ ਟੁੱਟ ਸਕਦਾ। ਆਲੇ ਦੁਆਲੇ ਇਸ ਦੇ ਕੋਈ ਪਿੱਲਰ ਲੱਗਿਆ ਹੋਇਆ ਨਜ਼ਰ ਨਹੀਂ ਆਏਗਾ, ਕੋਈ ਰੇਲਿੰਗ ਤੁਹਾਨੂੰ ਨਜ਼ਰ ਨਹੀਂ ਆਏਗੀ, ਕਦੇ ਵੀ ਕੋਈ ਹਾਦਸਾ ਵਾਪਰ ਸਕਦਾ। ਪਰ ਮੈਂ ਜਦੋਂ ਸ਼ਹਾਦਤਾਂ ਦਾ ਜ਼ਿਕਰ ਕਰ ਰਿਹਾ ਤਾਂ ਮੁਹਾਵੇ ਪਿੰਡ ਦੇ ਵਿੱਚੋਂ ਕਿਸਾਨੀ ਅੰਦੋਲਨ ਦੀ ਜਦੋਂ ਲਹਿਰ ਉੱਠੀ ਸੀ, ਕਿਸਾਨੀ ਅੰਦੋਲਨ ਜਦੋਂ ਉੱਠਿਆ ਸੀ ਤਾਂ 2 ਵਿਅਕਤੀ ਸ਼ਹੀਦ ਹੋਏ ਨੇ। ਇੱਕ ਬਿਰਧ ਮਾਤਾ ਰਜਿੰਦਰ ਕੌਰ ਤੇ ਇੱਕ ਹੋਰ ਬਜ਼ੁਰਗ ਸਨ। ਉਹ ਇਹਨਾਂ ਔਖੇ ਸੌਖੇ ਹਾਲਾਤਾਂ ਦੇ ਵਿੱਚੋਂ ਵੀ ਆਪਣੀ ਜ਼ਿੰਮੇਵਾਰੀ ਸਮਝ ਕੇ ਗਏ। ਉਹ ਜ਼ਿੰਮੇਵਾਰੀ ਇਹ ਕਿ ਅਸੀਂ ਕਿਸਾਨ ਅੰਦੋਲਨ ਦੀ ਸਫਲਤਾ ਦੇ ਵਿੱਚ ਆਪਣਾ ਹਿੱਸਾ ਪਾਉਣਾ। ਉਹਨਾਂ ਨੂੰ ਪਤਾ ਸੀ ਕਿ ਜਾਵਾਂਗੇ, ਹੋ ਸਕਦਾ ਵਾਪਸ ਨਾ ਆਈਏ, ਪਰ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝੀ। ਮੈਂ ਇਹ ਹਾਲਾਤ ਤੁਹਾਨੂੰ ਦਿਖਾਉਣੇ ਇਸ ਕਰਕੇ ਜ਼ਰੂਰੀ ਸਮਝੇ ਕਿ ਲੋਕ ਇਹੋ ਜਿਹੇ ਮੁਸ਼ਕਲ ਰਸਤਿਆਂ, ਮੁਸ਼ਕਲ ਹਾਲਾਤਾਂ ਦੇ ਵਿੱਚੋਂ ਵੀ ਜਦੋਂ ਆਪਣੀ ਜ਼ਿੰਮੇਵਾਰੀ ਸਮਝਦੇ ਨੇ ਤਾਂ ਫਿਰ ਉਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਵੀ ਨੇ। ਆਓ ਸ਼ਹਾਦਤਾਂ ਦੇ ਸਫ਼ਰ ਦੀ ਅੱਜ ਦੀ ਝਾਤ ਸ਼ੁਰੂ ਕਰਦੇ ਹਾਂ ਪਿੰਡ ਮੋਹਾਵਾ, ਜ਼ਿਲ੍ਹਾ ਅੰਮ੍ਰਿਤਸਰ ਤੋਂ। ਮੋਹਾਵਾ ਵੈਸੇ ਹੀ ਇਤਿਹਾਸਕ ਪਿੰਡ ਹੈ। ਕਾਮਰੇਡ ਮੋਹਨ ਸਿੰਘ ਇੱਥੋਂ ਦੇ ਉਹ ਸ਼ਖਸੀਅਤ ਹੋਏ ਜਿਨ੍ਹਾਂ ਨੇ ਲੋਕ ਚੇਤਨਤਾ, ਲੋਕ ਜਾਗਰੂਕਤਾ ਪੈਦਾ ਕਰਨ ਦੇ ਵਿੱਚ ਆਪਣਾ ਸਾਰਾ ਜੀਵਨ ਲੇਖੇ ਲਾ ਦਿੱਤਾ। ਇੱਥੋਂ 8, 9 ਜਾਂ 10 ਕਿਲੋਮੀਟਰ ਦੂਰ ਮਹਾਨ ਗਦਰੀ ਬਾਬੇ ਸੋਹਣ ਸਿੰਘ ਭਕਨਾ ਹੋਰਾਂ ਦਾ ਪਿੰਡ ਹੈ। ਇਤਿਹਾਸਕ ਘਰ ਉਹਨਾਂ ਦਾ ਉੱਥੇ ਹੈ। ਇਹ ਗਦਰ ਲਹਿਰ ਨੂੰ ਸਮਰਪਿਤ ਇਲਾਕਾ ਹੈ। ਤੇ ਫਿਰ ਜਦੋਂ ਕਿਸਾਨ ਅੰਦੋਲਨ ਦੀ ਗੱਲ ਆਈ ਤਾਂ ਨਾ ਇਹ ਪਿੰਡ ਪਿੱਛੇ ਰਿਹਾ ਤੇ ਨਾ ਇਹ ਇਲਾਕਾ ਪਿੱਛੇ ਰਿਹਾ। ਮੋਹਾਵਾ ਪਿੰਡ ਨੇ ਵਹੀਰਾਂ ਘੱਤੀਆਂ ਦਿੱਲੀ ਦੇ ਸਿੰਘੂ ਬਾਰਡਰ ਵੱਲ, ਔਰ ਇਸ ਪਿੰਡ ਨੇ 2 ਸ਼ਹੀਦ, 2 ਸ਼ਹਾਦਤਾਂ ਦਿੱਤੀਆਂ ਮਹਾਨ ਕਿਸਾਨੀ ਅੰਦੋਲਨ ਦੇ ਵਿੱਚ। ਇੱਕ ਸਰਦਾਰ ਸੁਖਦੇਵ ਸਿੰਘ, ਇੱਕ ਮਾਤਾ ਰਜਿੰਦਰ ਕੌਰ। ਕੋਸ਼ਿਸ਼ ਕਰਾਂਗੇ ਕਿ ਦੋਹਾਂ ਦੇ ਪਰਿਵਾਰ ਨਾਲ ਸ਼ਹਾਦਤਾਂ ਦੀ ਸਾਂਝ, ਸਫ਼ਰੇ ਕਿਸਾਨੀ ਸੰਘਰਸ਼ ਤੁਹਾਨੂੰ ਦਿਖਾਈਏ। ਔਖੇ ਸੌਖੇ ਹਾਲਾਤਾਂ ਦੇ ਵਿੱਚੋਂ ਲੰਘ ਕੇ ਵੀ ਇਸ ਕਿਸਾਨ ਅੰਦੋਲਨ ਦੀ ਸਫਲਤਾ ਇਹਨਾਂ ਸ਼ਹੀਦਾਂ ਕਰਕੇ ਹੀ ਹੋ ਪਾਈ ਹੈ। ਆਓ ਸ਼ਹਾਦਤਾਂ ਦੇ ਸਫ਼ਰ ਨੂੰ ਅੰਮ੍ਰਿਤਸਰ ਦੇ ਬਿਲਕੁਲ ਬਾਰਡਰ ਦੇ ਉੱਪਰਲੇ ਪਿੰਡ ਮੋਹਾਵੇ ਤੋਂ ਸ਼ੁਰੂ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਪਿੰਡ ਇਹ ਮੋਹਾਵਾ ਹੀ ਹੈ? ਹਾਂਜੀ, ਮੋਹਾਵਾ ਪਿੰਡ ਹੈ ਜੀ। ਭਾਜੀ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਇੱਕ ਵੱਡਾ, ਤੁਹਾਡੇ ਪਿੰਡ ਦੇ ਲੋਕ ਗਏ ਸੀ ਉਹਦੇ ਵਿੱਚ? ਹਾਂਜੀ, ਬਹੁਤ ਜ਼ਿਆਦਾ ਗਏ ਹੈ ਜੀ। ਤੇ ਤੁਹਾਡਾ ਕੀ ਨਾਮ ਭਾਜੀ? ਮੇਰਾ ਨਾਮ ਗੁਰਮੀਤ ਸਿੰਘ ਹੈ ਜੀ। ਗੁਰਮੀਤ ਭਾਜੀ, ਤੁਹਾਡੇ ਪਿੰਡੋਂ ਮੈਨੂੰ ਪਤਾ ਲੱਗਿਆ, ਮੈਂ ਜਿਹੜੀ ਆਪਣੀ ਰਿਸਰਚ ਕੀਤੀ ਹੈ, ਖੋਜ ਕੀਤੀ ਹੈ, ਕਿ ਤੁਹਾਡੇ ਪਿੰਡੋਂ 2 ਸ਼ਹੀਦ ਵੀ ਹੋਏ ਕਿਸਾਨ ਅੰਦੋਲਨ ਦੇ। ਹਾਂਜੀ। ਕੌਣ ਕੌਣ? ਇੱਕ ਤੇ ਮੇਰੇ ਨਾਨੀ ਜੀ ਨੇ ਜੀ। ਅੱਛਾ। ਜਿਹੜੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਨੇ ਜੀ। ਤੇ ਇੱਕ ਉਹ ਬਾਹਰ ਨੇ ਡੇਰੇ ਤੇ ਜੀ, ਉਹ ਵੀ ਸ਼ਹੀਦ ਹੋਏ ਨੇ ਸਾਡੇ ਪਿੰਡ ਤੇ। ਉਹ ਬਜ਼ੁਰਗ ਨੇ? ਹਾਂਜੀ, ਦੋਨੇ ਬਜ਼ੁਰਗ ਸੀ। ਭਾਈ ਸਾਹਿਬ ਕਿਰਪਾ ਕਰਕੇ ਮੈਨੂੰ ਘਰ ਦਾ ਰਸਤਾ ਦੱਸੋ ਤਾਂ ਜੋ ਅਸੀਂ ਗੱਲਬਾਤ ਕਰ ਸਕੀਏ ਉਹਨਾਂ ਨਾਲ ਜਾ ਕੇ। ਤਾਂ ਭਾਜੀ ਸੜਕ ਹੈ ਜੀ, ਅੱਗੇ ਜਾ ਕੇ ਗਲੀ 'ਚ ਚਲੇ ਜੇਗੀ, ਉੱਥੋਂ ਅੱਗੇ ਜਾ ਕੇ ਲੈਫਟ ਲੈ ਲਿਓ,
ਠੀਕ ਹੈ ਤੇ ਜੀ। ਪੁੱਛ ਲਿਓ ਤੁਸੀਂ ਕਿਸੇ ਨੂੰ ਵੀ ਕਿਹਨਾਂ ਕਿ ਦਾ? ਬੀਬੀ ਰਜਿੰਦਰ ਕੌਰ ਬੀਬੀ ਜਿਹੜੇ ਰਜਿੰਦਰ ਸ਼ਹੀਦ ਹੋਏ ਨੇ ਜੀ। ਉਹਨਾਂ ਦੇ ਘਰੇ ਜਾਣਾ। ਠੀਕ ਹੈ, ਬਹੁਤ ਸ਼ੁਕਰੀਆ ਬਾਈ, ਥੈਂਕ ਯੂ ਗੁਰਮੀਤ ਜੀ, Thank you. ਸ਼ੁਕਰੀਆ। ਕੰਨ ਕਰ ਕਿਰਤੀ ਕਾਮਿਆਂ ਤੋਂ ਉੱਠ ਕੇ ਸੁਰਤ ਸੰਭਾਲ, ਤੇਰੀਆਂ ਕਿੱਧਰ ਜਾਂਦੀਆਂ ਹਾੜੀਆਂ ਤੇ ਸੌਣੀਆਂ ਦਾ ਕੀ ਹਾਲ। ਤੂੰ ਢਿੱਡ ਭਰੇ ਸੰਸਾਰ ਦਾ, ਤੇਰੇ ਘਰ ਕਿਉਂ ਪੈ ਗਿਆ ਕਾਲ। ਓਏ ਤੂੰ ਇਕੱਠੀਆਂ ਕਰ ਲੈ ਢਾਣੀਆਂ, ਇਕੱਠੀਆਂ ਕਰ ਲੈ ਢਾਣੀਆਂ, ਤੇਰਾ ਏਕਾ ਬਾਨੀ ਢਾਲ। ਓਏ ਤੂੰ ਫੇਦੇ ਮੋਟੀਆਂ ਗੋਗੜਾਂ, ਮੋਟੀਆਂ ਗੋਗੜਾਂ ਦਾ ਮਤਲਬ ਸਾਡਾ ਸ਼ਾਹੂਕਾਰਾ ਨਹੀਂ, ਮੋਟੀਆਂ ਗੋਗੜਾਂ ਦਾ ਮਤਲਬ ਉਹ ਅਬਾਨੀ, ਉਹ ਅਡਾਨੀ, ਉਹ ਵੱਡੇ ਕਾਰਪੋਰੇਟ ਘਰਾਣੇ ਜਿਹੜੇ ਰਾਜਨੀਤੀ ਵਾਲੇ ਮੋਟੇ ਲੋਕਾਂ ਨਾਲ ਮਿਲ ਕੇ ਤੁਹਾਡੀ ਕਿਰਤ ਨੂੰ ਲੁੱਟਣ ਦੀ ਗੱਲ ਕਰਦੇ ਨੇ। ਓਏ ਤੂੰ ਫੇਦੇ ਮੋਟੀਆਂ ਗੋਗੜਾਂ ਤੇ ਲਿਆ ਦੇ ਨਵਾਂ ਪੁਚਾਲ। ਇਹ ਰੱਸਾ ਸਿੰਬਲ ਦੇ ਤੌਰ ਦੇ ਉੱਤੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਅਸਲ ਦੇ ਵਿੱਚ ਉਹ ਗਲਫਾਹੀ ਹੈ ਜਿਹੜੀ ਕੁੱਲ ਆਲਮ, ਕੁੱਲ ਦੁਨੀਆ ਜਾਂ ਖਾਸ ਤੌਰ ਦੇ ਉੱਤੇ ਪੰਜਾਬ ਜਾਂ ਭਾਰਤ ਦੇ ਕਿਰਤੀ ਲੋਕਾਂ ਦੇ ਗਲ ਦੇ ਵਿੱਚ ਪਈ ਹੋਈ ਹੈ। ਅੱਜ ਤੋਂ 1.5 ਸਾਲ ਪਹਿਲਾਂ ਤੱਕ ਪੰਜਾਬ ਦਾ ਕਿਸਾਨ ਔਰ ਮਜ਼ਦੂਰ ਕਰਜ਼ੇ ਦੇ ਵਿੱਚ ਡੁੱਬ ਕੇ ਫਾਹਾ ਲੈ ਕੇ ਮਰਦਾ ਸੀ, ਪਰ ਇੱਕ ਚੇਤਨਤਾ ਪੰਜਾਬ ਦੇ ਵਿੱਚ ਲਿਆਣੀ ਸ਼ੁਰੂ ਕੀਤੀ। ਜਥੇਬੰਦੀਆਂ ਨੇ ਜਥੇਬੰਦਕ ਹੋ ਕੇ ਆਪ ਪਹਿਲਾਂ ਤਾਂ ਏਕੇ ਦਾ ਮੁਜ਼ਾਹਰਾ ਕੀਤਾ, ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ, ਫਿਰ ਉਹਨਾਂ ਨੇ ਇੱਕ ਹੋਕਰਾ ਦਿੱਤਾ ਕਿ ਭਾਈ ਫਾਹਾ ਲੈ ਕੇ ਮਰਨ ਦੀ ਲੋੜ ਨਹੀਂ, ਲੜਨ ਦੀ ਲੋੜ ਹੈ। ਤੇ ਉਸੇ ਲੜਨ ਦੀ ਲੋੜ ਦੇ ਵਿੱਚੋਂ ਦੁਨੀਆ ਦਾ ਮਹਾਨ ਇਤਿਹਾਸਕ ਕਿਸਾਨੀ ਅੰਦੋਲਨ ਇਸ ਪੰਜਾਬ ਦੀ ਧਰਤੀ ਨੇ ਸ਼ੁਰੂ ਕੀਤਾ, ਪੰਜਾਬ ਦੇ ਕਿਰਤੀ ਲੋਕਾਂ ਨੇ ਸ਼ੁਰੂ ਕੀਤਾ, ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਨੇ ਸ਼ੁਰੂ ਕੀਤਾ। ਉਹੀ ਇਤਿਹਾਸਕ ਕਿਸਾਨੀ ਅੰਦੋਲਨ ਜਿਹੜਾ ਪਹਿਲਾਂ ਪੰਜਾਬ ਦੀਆਂ ਰੇਲਵੇ ਲਾਈਨਾਂ, ਪੰਜਾਬ ਦੀਆਂ ਸੜਕਾਂ, ਪੰਜਾਬ ਦੇ ਟੋਲ ਪਲਾਜ਼ਿਆਂ ਤੇ, ਫਿਰ 26 ਨਵੰਬਰ 2020 ਨੂੰ ਦਿੱਲੀ ਵੱਲ ਨੂੰ ਚਾਲੇ ਪਾਏ ਤੇ ਅੰਤ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਇੱਕ ਜਿੱਤ ਦੇ ਰੂਪ ਦੇ ਵਿੱਚ ਉਹ ਕਿਸਾਨੀ ਸੰਘਰਸ਼ ਨੇ ਆਪਣੀ ਇਤਿਹਾਸਕ ਜਿੱਤ ਦਰਜ ਕੀਤੀ ਔਰ ਹਾਕਮ ਨੂੰ ਮਜਬੂਰ ਕੀਤਾ। ਹਾਕਮ ਬੜਾ ਚਲਾਕ ਹੈ, ਉਹਨੇ ਉਸ ਦਿਨ ਵੀ ਇਹ ਗੱਲ ਕਹੀ ਆਪਣੇ ਭਾਸ਼ਣ ਦੇ ਵਿੱਚ ਕਿ ਕਾਨੂੰਨ ਤਾਂ ਅਸੀਂ ਚੰਗੇ ਬਣਾਏ ਸੀ ਪਰ ਕੁਝ ਲੋਕਾਂ ਨੂੰ ਵਧੀਆ ਨਹੀਂ ਲੱਗੇ, ਦੇਸ਼ ਦਾ ਮਾਹੌਲ ਵਿਗੜ ਜਾਂਦਾ ਜੇ ਅਸੀਂ ਇਹ ਕਾਨੂੰਨ ਵਾਪਸ ਨਾ ਲੈਂਦੇ। ਮਾਹੌਲ ਤਾਂ ਉਹਨਾਂ ਦੇ ਘਰਾਂ ਦਾ ਦੇਖਣ ਵਾਲਾ ਹੈ ਜਿਹੜੇ ਆਪਣੇ ਘਰਾਂ ਨੂੰ, ਆਪਣੇ ਪਰਿਵਾਰਾਂ ਨੂੰ, ਆਪਣੇ ਆਰਾਮ ਨੂੰ ਛੱਡ ਕੇ ਉਹ ਮਾਘ ਦੀਆਂ ਠੰਡੀਆਂ ਰਾਤਾਂ 'ਚ ਤੇ ਜੇਠ ਹਾੜ ਦੀਆਂ ਧੁੱਪਾਂ ਦੇ ਵਿੱਚ, ਇਹ ਦੋਵੇਂ ਗੱਲਾਂ ਮੈਂ ਦਰਸ਼ਕਾਂ ਲਈ ਦੱਸਦਾ ਕਿ ਜਦੋਂ ਠੰਡ ਹੁੰਦੀ ਹੈ ਉਦੋਂ ਅੱਤ ਦਰਜੇ ਦਾ ਜਿਹੜਾ ਲੋਹਾ ਹੁੰਦਾ ਹੈ, ਟਰਾਲੀਆਂ ਦਾ ਲੋਹਾ, ਉਹ ਠੰਡਾ ਹੋ ਜਾਂਦਾ ਔਰ ਜਦੋਂ ਗਰਮੀ ਪੈਂਦੀ ਹੈ ਤਾਂ ਉਦੋਂ ਜੇ ਸੜਕ ਤੇ ਬੈਠੋਗੇ ਤਾਂ ਜੇ ਬਾਹਰਲਾ ਟੈਂਪਰੇਚਰ, ਬਾਹਰਲਾ ਤਾਪਮਾਨ ਮੰਨ ਲਓ 38 ਹੈ ਤਾਂ ਸੜਕ ਦਾ ਤਾਪਮਾਨ 42 ਹੋਏਗਾ ਔਰ ਲੋਹੇ ਦਾ ਤਾਪਮਾਨ ਵੀ ਉਸ ਨਾਲੋਂ 4 ਗੁਣਾ ਵੱਧ 42 ਹੀ ਹੋਏਗਾ। ਮਤਲਬ ਟਰਾਲੀ 'ਚ ਵੀ ਬੈਠਾ ਹੋਵੇ ਕਿਸਾਨ ਮਜ਼ਦੂਰ ਜਾਂ ਸੜਕ ਤੇ ਬੈਠਾ ਹੋਵੇ, ਗਰਮੀ ਉਹਨੂੰ ਵੱਧ ਹੀ ਲੱਗੇਗੀ। ਜਿੱਤ ਦਰਜ ਹੋਈ ਪਰ ਜਿੱਤ ਐਵੇਂ ਨਹੀਂ ਹਾਸਲ ਹੋਈ। ਸ਼ਹਾਦਤਾਂ ਸਫਰੇ ਕਿਸਾਨੀ ਸੰਘਰਸ਼ ਦੀ ਜਦੋਂ ਆਪਾਂ ਬਾਤ ਪਾਉਂਦੇ ਹਾਂ, ਜਦੋਂ ਉਸ ਦੀ ਗੱਲ ਕਰਦੇ ਹਾਂ, 734 ਦੇ ਲਗਭਗ 750 ਦੇ ਨੇੜੇ ਸਾਡੇ ਕਿਸਾਨ ਭਰਾ, ਮਾਤਾਵਾਂ, ਨੌਜਵਾਨ, ਗੱਭਰੂ ਇਸ ਧਰਤੀ ਨੂੰ, ਇਸ ਦੁਨੀਆ ਨੂੰ ਅਲਵਿਦਾ ਗਏ, ਯਾਨੀ ਕਿ ਆਪਣਾ ਸਭ ਤੋਂ ਵੱਡਾ ਬਲੀਦਾਨ ਦੇ ਗਏ, ਆਪਣੀ ਜੀਵਨ ਦਾ ਬਲੀਦਾਨ। ਉਹਨਾਂ ਦੇ ਇਸ ਸੰਘਰਸ਼ ਕਰਕੇ, ਉਹਨਾਂ ਦੇ ਇਸ ਬਲੀਦਾਨ ਕਰਕੇ ਹੀ ਅਸੀਂ ਮੰਨਦੇ ਹਾਂ ਕਿ ਸਾਡੀ ਇਹ ਇਤਿਹਾਸਕ ਜਿਹੜੀ ਕਿਸਾਨੀ ਅੰਦੋਲਨ ਦੀ ਜਿੱਤ ਹੋਈ ਹੈ। ਅੱਜ ਅਸੀਂ ਸ਼ਹਾਦਤਾਂ ਸਫਰੇ ਕਿਸਾਨੀ ਸੰਘਰਸ਼ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਬਿਲਕੁਲ ਸਰਹੱਦ ਦੇ ਨਾਲ ਪੈਂਦੇ ਪਿੰਡ ਮਹਾਵਾ ਦੇ ਵਿੱਚ ਪਹੁੰਚੇ ਹਾਂ, ਜਿੱਥੋਂ ਦੇ ਬਜ਼ੁਰਗ ਮਾਤਾ ਸ਼ਹੀਦ ਰਜਿੰਦਰ ਕੌਰ ਜੀ ਨੇ ਆਪਣੇ ਪਿੰਡ ਤੋਂ, ਆਪਣੇ ਘਰ ਤੋਂ ਪੈਰ ਪੁੱਟਿਆ। ਪਹਿਲਾਂ ਪੰਜਾਬ ਦੇ ਵਿੱਚ ਜਿਹੜੇ ਧਰਨੇ ਚੱਲ ਰਹੇ ਆ ਉੱਥੇ ਪਹੁੰਚਦੇ ਰਹੇ, ਉਸ ਤੋਂ ਬਾਅਦ ਸਿੰਘੂ ਬਾਰਡਰ ਦੇ ਉੱਤੇ ਲਗਾਤਾਰ ਹਾਜ਼ਰੀ ਰਹੀ। ਮਾਤਾ ਜੀ ਸਿੰਘੂ ਬਾਰਡਰ ਦੇ ਉੱਤੇ ਹੀ ਆਪਣੀ ਜੀਵਨ ਯਾਤਰਾ ਪੂਰੀ ਕਰ ਗਏ, ਯਾਨੀ ਕਿ ਆਪਣਾ ਸਰਵਉੱਚ ਬਲੀਦਾਨ ਦੇ ਗਏ, ਸ਼ਹੀਦੀ ਪਾ ਗਏ। ਆਓ ਮਾਤਾ ਜੀ ਦੀ ਜੀਵਨ ਝਾਤ ਦੇ ਉੱਤੇ ਤੁਹਾਡੀ ਗੱਲਬਾਤ ਕਰਾਉਣਾ।
ਮਾਤਾ ਦੇ ਪਰਿਵਾਰ ਨਾਲ ਤੁਹਾਡੀ ਗੱਲ ਕਰਾਵਾਂਗਾ। ਮਾਤਾ ਦਾ ਜੀਵਨ ਕਿੱਦਾਂ ਦਾ ਸੀ, ਮਾਤਾ ਦਾ ਜਜ਼ਬਾ ਕਿੱਦਾਂ ਦਾ ਸੀ। ਇਹ ਲੜਾਈਆਂ ਜਜ਼ਬਿਆਂ ਦੀਆਂ ਲੜਾਈਆਂ ਨੇ, ਜਜ਼ਬਿਆਂ ਤੋਂ ਬਿਨਾਂ ਕੋਈ ਵੀ ਜੰਗ ਜਿੱਤਣੀ ਸੌਖੀ ਨਹੀਂ ਹੁੰਦੀ। ਆਓ ਗੱਲਬਾਤ ਕਰਦੇ ਹਾਂ। ਬੀਬੀ ਜੀ ਸਤਿ ਸ਼੍ਰੀ ਅਕਾਲ। ਕੀ ਨਾਂ ਜੀ ਤੁਹਾਡਾ? ਰਾਜਕੌਰ। ਬੀਬੀ ਤੁਸੀਂ ਨਾਲ ਸੀ ਜਦੋਂ ਬੀਬੀ ਰਜਿੰਦਰ ਕੌਰ ਪੂਰੇ ਹੋਏ? ਮੈਨੂੰ ਇਹ ਪਹਿਲਾਂ ਇਹ ਦੱਸੋ, ਦਰਸ਼ਕਾਂ ਨੂੰ ਦੱਸੋ ਕਿ ਇੱਥੋਂ ਪਿੰਡ ਤੋਂ ਜਾਣ ਤੱਕ ਦਾ, ਉੱਥੇ ਪਹੁੰਚਣ ਦਾ ਕਿਵੇਂ ਜੇ ਤੁਹਾਡਾ ਉਹ ਸਾਰਾ ਸਫ਼ਰ ਕਿਵੇਂ ਸਾਥ ਰਿਹਾ? ਕਿਵੇਂ ਤਿਆਰ ਹੁੰਦੇ ਸੀ? ਸਾਥ ਮੇਰੇ ਨਾਲ ਹੀ ਸਾਥ ਰਿਹਾ ਉਹਦਾ। ਮਗਰ ਮੈਂ ਵੀ ਨਾਲ ਮਗਰ ਸਾਂ। ਸਾਡਾ ਰੰਧਾਵਾ ਸਾਹਿਬ ਆਂਦਾ ਜਦੋਂ ਰੇਲ ਤੇ ਚੜ੍ਹਨ ਲੱਗੇ ਸਾਂ, ਰੰਧਾਵਾ ਸਾਹਿਬ ਆਂਦਾ ਬੀਬੀ ਜੀ ਤੁਸੀਂ ਇਹਨੂੰ ਕਿਉਂ ਲਿਆਂਦਾ ਨਾਲ? ਤੇ ਮੈਂ ਹਾਂ ਵੀ ਭਾਜੀ ਉਹ ਆਂਦੀ ਮੈਂ ਜਾਣਾ ਹੀ ਜਾਣਾ ਦਿੱਲੀ। ਤੇ ਆਂਦੀ ਆ ਵੀ ਕੋਈ ਗੱਲ ਨਹੀਂ ਰੰਧਾਵਾ ਸਾਹਿਬ, ਇੰਨਾ ਚਿਰ ਹੋ ਗਿਆ ਮੈਂ ਲੜਾਈਆਂ ਲੜਦੀ ਰਹੀ ਹਾਂ, ਮਜ਼ਾਰਾਂ ਜਾਂਦੀ ਰਹੀ ਹਾਂ ਇੰਨਾ ਚਿਰ, ਮੈਂ ਹੁਣ ਦਿੱਲੀ ਜਾਣਾ ਹੀ ਜਾਣਾ। ਕੋਈ ਗੱਲ ਨਹੀਂ, ਜੇ ਮੈਂ ਸ਼ਹੀਦੀ ਪਾਊਂ ਤਾਂ ਉੱਥੇ ਪਾਊਂਗੀ। ਤੇ ਮੈਂ ਨਾਲ ਰੱਖਿਆ ਉਹਨੂੰ ਆਪਣੇ। ਤੇ ਮੁੜ ਕੇ ਰਹੇ ਆ, ਆਪਾਂ ਵਾਪਸੀ ਹੋਣ ਲੱਗੇ ਇੱਧਰ ਨੂੰ। ਤੇ ਰੋਟੀ ਖਾਣ ਦੇ ਆ ਤੇ ਆਪਣਾ ਬਾਟਾ ਮਾਂਜਣ ਗਈ ਆ। ਤੇ ਮੈਂ ਸੇਵਾ ਕਰਨੀ ਉੱਥੋਂ ਆਈਆਂ, ਮੈਂ ਕਿਹਾ ਮਾਤਾ ਕਿੱਥੇ ਆ? ਤੇ ਇਹ ਆਂਦੀਆਂ ਵੀ ਮਾਤਾ ਤੇ ਗਈ ਆ ਬਾਟਾ ਮਾਂਜਣ ਗਈ ਆ ਆਪਣਾ। ਉੱਥੇ ਮਾਂ ਜੀ ਨੂੰ ਸਾਹ ਜਾ ਚੜਿਆ, ਉਹਨੂੰ ਸਾਹ ਚੜਿਆ। ਤੇ ਮੈਂ ਕਿਹਾ ਮਾਤਾ ਮੈਂ ਤੈਨੂੰ ਡਿੱਕਣ ਰਹੀ ਆ। ਆਂਦੀ ਕੋਈ ਗੱਲ ਨਹੀਂ, ਮੈਂ ਬਾਹਰ ਸਭ ਬੰਦੇ ਨਾਲ ਗੱਲਾਂ ਕਰਨ ਰਹੀ ਆ। ਕਰਦੀ ਸਾਹ ਜਾ। ਤੇ ਆਂਦੀ ਆ ਵੀ ਰਾਜ, ਮੈਂ ਕਿਹਾ ਕੀ ਆ? ਆਂਦੀ ਮੇਰਾ ਸਾਹ ਬੜਾ ਔਖਾ ਜਿਹਾ। ਮੈਂ ਕਿਹਾ ਕੋਈ ਗੱਲ ਨਹੀਂ ਚਾਚੀ, ਆਪਾਂ ਦਵਾਈ ਦਵਾਉਂਦੇ ਆ। ਆਪਾਂ ਮੈਂ ਮੁੜ ਕੇ ਬਾਹਰ ਤੁਰੀ ਫਿਰਦੀ ਰਹੀ ਹਾਂ। ਰੰਧਾਵੇ ਸਾਹਿਬ ਨੂੰ ਆਖਿਆ ਵਾ, ਉਹਨਾਂ ਨੇ ਗੱਡੀ 108 ਗੱਡੀ ਜਿਹੜੀ ਹੁੰਦੀ ਉਹਨੂੰ ਸੱਦਿਆ, ਪਰ ਗੱਡੀ ਨੇ ਟਾਈਮ ਬਹੁਤ ਜ਼ਿਆਦਾ ਲਾਤਾ ਉੱਥੇ ਦਿੱਲੀ ਦੇ ਵਿੱਚ। ਤੇ ਉਹਦੇ ਵੀ ਜਿਹੜਾ ਸਾਹ ਦੀ ਜ਼ਿਆਦਾ ਪ੍ਰੋਬਲਮ ਹੋ ਗਈ ਆ। ਅਸੀਂ ਦੋਵੇਂ ਭੈਣਾਂ ਲੈ ਗਈਆਂ ਗੱਡੀ ਦੇ ਪਾ ਕੇ, ਨਾਲ ਸਾਡੇ ਨਾਲ ਉੱਥੇ ਗਿਆ ਸਾਥੀ ਵੀ ਰੰਧਾਵਾ ਸਾਹਿਬ ਵੀ ਗਿਆ ਸਾਡੇ ਨਾਲ ਗਏ ਆ। ਉੱਥੇ ਅਸੀਂ ਜਾਂਦਾ ਜਾਮ ਦੇ ਵਿੱਚ ਫਸ ਗਏ, 2 ਘੰਟੇ ਸਾਨੂੰ ਲੱਗ ਗਏ ਆ। ਤੇ ਮਾਤਾ ਇਹੋ ਹੀ ਕਰਦੀ ਗਈ ਆ, ਰਾਜ ਨੂੰ ਬਚਾ ਲਾ, ਸਾਨੂੰ ਰਾਜ ਬਚਾ। ਮੈਂ ਕਿਹਾ ਕੋਈ ਨਹੀਂ ਚਾਚੀ ਬਚਾ ਲਾਂਗੇ, ਅਸੀਂ ਲੈ ਜਾਵਾਂਗੇ। ਪਰ ਨਹੀਂ, ਕੋਈ ਸਾਧਨ ਨਹੀਂ ਉੱਥੇ ਮਿਲਿਆ। ਦਵਾਈਆਂ ਦਿੱਤੀਆਂ, ਉਹਨਾਂ ਸ਼ੂਗਰ ਵੀ ਮਾਤਾ ਦੀ ਵੱਧ ਗਈ ਆ, ਆਕਸੀਜਨ ਜਿਹੜੀ ਉਹ ਵੀ ਘਟ ਗਈ ਮਾਤਾ ਦੀ। ਤੇ ਗੱਡੀ ਦੇ ਵਿੱਚ ਕੋਈ ਸੰਦ ਨਹੀਂ ਸੀ ਹੈਗਾ ਉਹਨਾਂ ਕੋਲੇ, ਕੋਈ ਮਤਲਬ ਨਾ ਕੋਈ ਸ਼ੈ ਨਹੀਂ, ਆਕਸੀਜਨ ਜਿਹੜੀ ਕੋਈ ਮੂੰਹ ਲਾਉਣੀ ਕੋਈ ਸ਼ੈ ਨਹੀਂ ਹੈਗੀ, ਸਾਧਨ ਨਹੀਂ ਹੈਗਾ ਉਹਦੇ ਵਿੱਚ। ਤੇ ਮਾਤਾ ਦੀ ਇਹ ਕਰਕੇ ਮੌਤ ਹੋ ਗਈ ਛੇਤੀ। ਤੇ ਮੁੜ ਕੇ ਉੱਥੇ ਨਾ ਟਿਕਟ ਆ ਕੇ ਲਾਏ ਆ। ਤੇ ਉਹਨਾਂ ਨੇ ਇਹੋ ਦੇਤਾ ਜਵਾਬ ਵੀ ਸੋਨੀਪਤ ਲੈ ਜਾਓ ਤੁਸੀਂ। ਅਸੀਂ ਉੱਥੋਂ ਪਾਇਆ, ਦੂਜੀ ਗੱਡੀ 'ਚ ਪਾਇਆ, ਉਹਦੇ ਵਿੱਚ ਕੋਈ ਨਹੀਂ ਸਾਧਨ ਹੈਗਾ, ਕੁਛ ਵੀ ਨਹੀਂ ਹੈਗਾ ਕੋਈ। ਬੜਾ ਹੀ ਰੌਲਾ ਰੱਪਾ ਪਾਇਆ, ਪਰ ਮਾਤਾ ਰਾਹ ਦੇ ਵਿੱਚ ਪੂਰੀ ਹੋ ਗਈ। ਜਦੋਂ ਸੋਨੀਪਤ ਲੈ ਕੇ ਰਾਹ ਹੀ ਪੂਰੀ ਹੋ ਗਈ ਆ। ਮੈਨੂੰ ਪਤਾ ਲੱਗਿਆ ਕਿ ਬੀਬੀ ਮਤਲਬ ਕਹਿੰਦੇ ਦਲੇਰ ਬਹੁਤ ਸੀ। ਦਲੇਰ ਬਹੁਤ ਸੀ, ਹਾਂ। ਬੋਲੀਆਂ ਪਹਿਲਾਂ ਬੋਲੀਆਂ 7 ਵਜੇ ਤੇ ਬੋਲੀਆਂ ਪਾਉਂਦੇ ਹੀ ਆ। ਅਸੀਂ ਰੋਟੀ ਪਾਣੀ ਦਾ ਪ੍ਰੋਗਰਾਮ ਕਰਨ ਦੀਆਂ ਲੰਗਰ ਦੇ ਵਿੱਚ 7 ਵਜੇ ਦਹੀਂ ਮੋਦੀ ਨੂੰ ਗਾਲਾਂ ਕੱਢਣ ਦਈ ਆ। ਬੜੀਆਂ ਬੋਲੀਆਂ ਪਾਈਆਂ, ਬੜਾ ਇਹ ਵੀ ਨਾਲ ਸੀ ਭੈਣ, ਬੜਾ ਨੱਚੀਆਂ ਭੁਟਕੀਆਂ। ਤੇ ਮੈਂ ਕਿਹਾ ਵੀ ਆਂਦੇ ਵੀ ਉਹਦੇ ਕਾਰਨ ਕਰਕੇ ਮਾਤਾ ਨੂੰ ਸਾਹ ਚੜ ਗਿਆ ਵਾ। ਮਾਤਾ ਬੋਲੀਆਂ ਪਾਉਂਦੀ ਆ, ਪਰ ਅੜ ਕੇ ਬੋਲੀਆਂ ਪਾਉਂਦੀ ਰਹੀ ਮਾਤਾ, ਬੜਾ ਮਾਤਾ ਨੇ, ਪਰ ਹੱਟ ਨਹੀਂ ਛੱਡਿਆ ਮਾਤਾ ਨੇ। ਜਦੋਂ ਮਾਤਾ ਦੀ ਜਦੋਂ ਉਹ ਗੱਲ ਘਟ ਗਈ ਸੀ ਤੇ ਮਾਤਾ ਵਿਚਾਰੀ ਨੇ। ਬੀਬੀ ਮੈਂ ਇੱਕ ਸਵਾਲ ਤੁਹਾਨੂੰ ਪੁੱਛਦਾ ਵੀ ਕਿ ਜੇ ਇਹ ਕਾਲੇ ਕਾਨੂੰਨ ਨਾ ਆਉਂਦੇ ਤੇ ਸ਼ਾਇਦ ਮਾਤਾ ਹਜੇ ਜ਼ਿੰਦਗੀ ਹੋਰ ਕੱਟ ਜਾਂਦੀ। ਉਹਦਾ ਕਾਰਨ ਇਹ ਹੈ ਵੀ ਕਾਨੂੰਨ ਆਏ, ਧਰਨਿਆਂ 'ਚ ਗਏ, ਕਾਰਨ ਤਾਂ ਸਰਕਾਰਾਂ ਬਣੀਆਂ। ਸਰਕਾਰਾਂ ਹੀ ਬਣੀਆਂ ਜਦੋਂ ਉੱਥੇ ਕੋਈ ਸਾਧਨ ਨਹੀਂ ਹੈਗਾ, ਕੋਈ ਕੁਛ ਨਹੀਂ ਹੈਗਾ ਉੱਥੇ। ਬੜਾ ਰੌਲਾ ਰੱਪਾ ਬੜਾ ਪਾਇਆ। ਮੁੜ ਕੇ ਨਾਲ ਫਿਰ ਕਰਦੇ ਰਹੇ, ਨਾਰੇ ਨੂਰੇ ਲਾਉਂਦੇ ਰਹੇ ਕਾਮਰੇ ਸਾਡੇ, ਬੜਾ ਉਹਨਾਂ ਨੇ ਕੀਤਾ ਵਾ, ਐਵੇਂ ਕਿਉਂ ਆਖੀਏ। ਤੇ ਫਿਰ ਅਸੀਂ ਜਦੋਂ ਉਹਨਾਂ ਨੇ ਮੁੜ ਕੇ ਅਸੀਂ ਲੈ ਆਂਦੀ ਆ, ਮੈਨੂੰ ਤੇ ਆਪ ਸੁੱਧ ਵੱਧ ਨਹੀਂ ਰਹਿ ਗਈ। ਮੈਂ ਜਦੋਂ ਉੱਥੇ ਗਈ ਆ, ਮੈਨੂੰ ਤੇ ਆਪ ਕੁਛ ਹੋ ਗਿਆ। ਤੇ ਇਹ ਮੈਨੂੰ ਭੈਣ ਆਂਦੀ ਆ ਵੀ ਭੈਣ ਇੱਕ ਨੂੰ ਤਾਂ ਆਪਾਂ ਲੈ ਕੇ ਆਏ, ਤੇ ਤੂੰ ਵੀ ਨਾ ਕੁਛ ਕਰ ਲਈ, ਕੋਈ ਨਹੀਂ ਤੂੰ ਹੌਸਲਾ ਕਰ ਮਾਤਾ, ਕੋਈ ਗੱਲ ਨਹੀਂ। ਤੇ ਮਾਤਾ ਦੀ ਜਾਨ ਨਿਕਲ ਗਈ ਉਦੋਂ ਲੱਤਾਂ 'ਚ। ਉਹਨਾਂ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ। ਅਸੀਂ ਉੱਥੇ ਹੀ ਲੱਦ ਕੇ ਤੁਰੀਆਂ ਫਿਰਦੀਆਂ ਰਹੀਆਂ। ਮੁੜ ਕੇ ਅਸੀਂ ਇੱਥੇ ਸੋਨੀਪਤ ਆਏ ਆ, ਇਹਨਾਂ ਜਵਾਬ ਦਿੱਤਾ। ਫਿਰ ਅਸੀਂ ਉੱਥੇ ਆਪਣੇ ਦਫ਼ਤਰ ਚਲੇ ਗਏ। ਉੱਥੇ ਫਿਰ ਇਹਨਾਂ ਨੇ ਆਪਣੇ ਕਾਮਰੇਟਾਂ ਨੇ ਸਾਰਾ ਕੁਛ ਕੀਤਾ। ਮੁੜ ਕੇ ਪੁਲਿਸ ਨੂੰ ਸੱਦਿਆ ਪੁਲਿਸ ਦੇ ਫਿਰ ਉਹਨਾਂ ਆਖਿਆ ਵੀ ਪੋਸਟਮਾਰਟਮ ਕਰਨੀ ਆ। ਮੈਂ ਕਿਹਾ ਅਸੀਂ ਖੜਨੀ ਪਿੰਡ ਆ, ਭਾਵੇਂ ਅਸੀਂ ਜਿਸ ਤਰ੍ਹਾਂ ਮਰਜ਼ੀ ਖੜੀਏ। ਇੱਥੇ ਮਾਵੇ 'ਚ ਲਿਆਂਦੀ। ਫਿਰ ਅਸੀਂ ਰਾਤ ਇਹਨਾਂ ਨੂੰ ਫੋਨ ਕਰਤਾ ਵੀ ਮਾਤਾ ਪੂਰੀ ਹੋ ਗਈ ਆ, ਸਾਡੇ ਕੋਲ ਨਹੀਂ ਮਾਤਾ ਰਹੀ। ਤੇ ਪਰ ਮਾਤਾ ਗੱਲਾਂ ਕਰਦੀ ਗਈ ਆ, ਹੌਸਲੇ ਨਾਲ ਗਈ। ਹੌਸਲੇ ਨਾਲ ਗਈ ਮਾਤਾ, ਤੇ ਤੁਹਾਨੂੰ ਵੀ ਹੌਸਲਾ ਦੇ ਕੇ ਗਈ ਹੈ। ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਬਲਦੇਵ ਸਿੰਘ ਜੀ। ਬਲਦੇਵ ਜੀ, ਤੁਸੀਂ ਮਾਤਾ ਜੀ ਦੇ ਪੁੱਤਰ ਹੋ? ਹਾਂਜੀ। ਦੇਖੋ ਸਿਆਣਿਆਂ ਕਿਹਾ ਹੈ ਕਿ ਅਸੀਂ ਭਾਵੇਂ ਉਮਰ ਦੇ ਕਿਸੇ ਪੜਾਅ 'ਚ ਪਹੁੰਚ ਜਾਈਏ, ਮਾਂ ਹੀ ਹੁੰਦੀ ਹੈ ਤੇ ਪਿਓ ਹੀ ਹੁੰਦਾ। ਹਾਂਜੀ ਹਾਂਜੀ। ਉਹ ਭਾਵੇਂ ਬਿਰਧ ਸਨ ਪਰ ਜਜ਼ਬੇ ਨਾਲ ਭਰੇ ਹੋਏ ਸੀ। ਹਾਂਜੀ। ਤੁਹਾਡੀਆਂ ਇੱਕ ਪੁੱਤਰ ਦੇ ਰੂਪ ਦੇ ਵਿੱਚ ਮਾਤਾ ਨਾਲ ਯਾਦਾਂ ਜਿਹੜੀਆਂ, ਖਾਸ ਤੌਰ 'ਤੇ ਇਹ ਜਦੋਂ ਸੰਘਰਸ਼ ਸ਼ੁਰੂ ਹੋ ਗਿਆ ਸੀ, ਉਹ ਯਾਦਾਂ ਸਾਂਝੀਆਂ ਕਰੋ। ਕੋਈ ਗੱਲ ਇੱਦਾਂ ਵੀ
ਜਿਹੜਾ ਸਾਡਾ ਪਰਿਵਾਰ ਹੈ ਨਾ, ਉਹ ਪਿਛੋਕੜ ਤੋਂ ਕਾਮਰੇਡ ਮੋਹਨ ਸਿੰਘ ਮਾਵਾ ਜਿਹੜੇ ਇਸ ਪਿੰਡ ਦੇ ਆਜ਼ਾਦੀ ਘੁਲਾਟੀਏ ਹੋਏ ਨੇ, ਉਹ ਗੋਆ ਆਜ਼ਾਦ ਕਰਾਉਣ ਵਾਸਤੇ ਗਏ ਸੀ। ਉਹਨਾਂ ਦੇ ਗਵਾਂਢ ਹੋਣ ਕਰਕੇ ਸਾਡਾ ਪਰਿਵਾਰ ਜਿਹੜਾ ਸ਼ੁਰੂ ਤੋਂ ਇਨਕਲਾਬੀ ਸੀ ਜੀ। ਤੇ ਮਾਤਾ ਜਦੋਂ ਵਿਆਹੀ ਆਈ ਆ, ਉਹਨਾਂ ਦੇ ਗਵਾਂਢ ਹੋਣ ਕਰਕੇ ਉੱਥੋਂ ਇਨਕਲਾਬੀ ਚੇਤਨਾ ਲੱਗੀ। ਪਰਿਵਾਰ ਸਾਡਾ ਪਿੰਡ ਮੇਰੇ ਦਾਦਾ ਜੀ ਵੇਲੇ ਤੋਂ ਵੀ ਇਨਕਲਾਬੀ ਵਿਚਾਰਧਾਰਾ ਦਾ ਜੀ। ਉਹ ਇਹ ਫਿਰ ਉਹ ਜਿਹੜੀ ਵਿਚਾਰਧਾਰਾ ਸੀ ਉਹ ਪ੍ਰਵਾਨ ਚੜ੍ਹਦੀ ਗਈ। ਉਹ ਜਦੋਂ ਜੰਗ ਸੀ, ਅਸੀਂ ਬੱਚੇ ਸੀ, ਉਦੋਂ ਵੀ ਰੈਲੀਆਂ ਮੁਜ਼ਾਹਰਿਆਂ 'ਚੋਂ ਹਿੱਸਾ ਲੈਂਦੇ ਸੀ, ਭਾਵੇਂ ਉਹ ਜ਼ਿਲ੍ਹੇ ਪੱਧਰ ਤੇ, ਤਹਿਸੀਲ ਪੱਧਰ ਤੇ, ਭਾਵੇਂ ਬਲਾਕ ਪੱਧਰ ਤੇ ਹੁੰਦੇ ਸੀ। ਮਾਤਾ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਜੀ। ਉਸ ਤੋਂ ਬਾਅਦ ਫਿਰ ਜਿਉਂ-ਜਿਉਂ ਪਾਰਟੀ ਦੇ ਪ੍ਰੋਗਰਾਮ ਵੱਧਦੇ ਗਏ, ਮਾਤਾ ਦਾ ਰੁਝੇਵਾਂ ਜ਼ਿਆਦਾ ਵੱਧਦਾ ਗਿਆ। ਅਸੀਂ ਕਈ ਵਾਰੀ ਇੱਥੋਂ ਤੱਕ ਕਹਿਣਾ ਕਿ ਮਾਤਾ ਘਰ ਦਾ ਕੰਮ ਚਲਾਉਣਾ ਬੜਾ ਔਖਾ ਆ, ਆਪਾਂ ਇੱਧਰ ਚੱਲ ਜਾਂਦੇ ਹਾਂ। ਈਵਨ ਇੱਥੋਂ ਤੱਕ ਹੋ ਗਿਆ ਕਿ ਮੈਂ ਆਪਣਾ ਘੜੁੱਕਾ ਜਮਾ ਮਾਤਾ, ਅਸੀਂ 3 ਜਣੇ ਫਿਰ ਜਦੋਂ ਪਾਰਟੀ ਦਾ ਸੱਦਾ ਆਉਣਾ, ਅਸੀਂ ਹਰ ਮੁਜ਼ਾਹਰੇ ਸ਼ਾਮਲ ਹੋਣਾ। ਔਰ ਤਿੰਨੋਂ ਜਣੇ ਤੁਹਾਡਾ ਘੜੂਕਾ ਉਹ ਵੀ ਮਤਲਬ ਉਹ ਵੀ ਫ੍ਰੀ ਹਿੱਸਾ ਰਿਹਾ। ਹਾਂ ਜੀ, ਉਹ ਵੀ ਸੰਘਰਸ਼ ਦਾ ਹਿੱਸਾ ਉਹ ਹਿੱਸਾ ਰਿਹਾ ਜੀ। ਤੇ ਅਸੀਂ ਫਿਰ 3 ਜਣੇ ਚਲੇ ਜਾਣਾ, ਸਵੇਰੇ ਚਲੇ ਜਾਣਾ, ਸ਼ਾਮਾਂ ਨੂੰ ਆਉਣਾ, ਭੁੱਖੇ ਭਾਣੇ ਆਣ ਕੇ ਘਰੇ ਹੀ ਰੋਟੀ ਖਾਣੀ। ਤੋ ਮਤਲਬ ਉਹਨਾਂ ਵੱਲੋਂ ਵੇਖ ਕੇ ਪ੍ਰੇਰਨਾ ਮੰਨੀ। ਮਾਤਾ ਦਾ ਜਿਹੜਾ ਆਪਣਾ ਜਜ਼ਬਾ ਸੀ, ਉਹਨੇ ਕਹਿਣਾ ਮੈਂ ਚਾਹੁੰਦੀ ਆ ਕਿ ਮੈਂ ਕਿਸੇ ਦਿਨ ਨਾ ਇੱਦਾਂ ਮੁਜ਼ਾਹਰੇ ਤੋਂ ਆਉਂਦੀ ਇੱਦਾਂ ਸਵਾਥੇ ਦੇ ਜਾਂ ਆਪਣੇ ਲਈ ਸਾਰੇ ਜੂੰਦੇ, ਕਿਸੇ ਲਈ ਮਰਨਾ ਜਿਹੜਾ ਉਹ ਬੜਾ ਔਖਾ ਹੁੰਦਾ ਹੈ। ਯਾਰ ਦਰਸ਼ਕੋ, ਕਿੱਡੀ ਵੱਡੀ ਗੱਲ ਹੈ ਕਿ ਇੱਕ ਬੀਬੀ ਦੇ ਅੰਦਰ ਇਹ ਜਜ਼ਬਾ ਕਿ ਯਾਰ ਲੋਕਾਂ ਵਾਸਤੇ ਜਾਨ ਦੇ ਦਈਏ ਜਾਂ ਸਮਾਜ ਵਾਸਤੇ। ਆਪਣੇ ਵਾਸਤੇ ਤਾਂ ਹਰ ਕੋਈ ਜਿਉਂਦਾ ਹੈ ਤੇ ਆਪਣੇ ਵਾਸਤੇ ਹੀ ਹਰ ਕੋਈ ਮਰਦਾ ਹੈ, ਪਰ ਲੋਕ ਚੇਤਨਤਾ ਹੋਣੀ ਔਰ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦਾ ਗਿਆਨ ਤੇ ਖਿਆਲ ਹੋਣਾ ਬੜਾ ਜ਼ਰੂਰੀ ਹੈ। ਵਕਤ ਇੱਕ ਵਕਫੇ ਦਾ ਹੋਇਆ, ਬ੍ਰੇਕ ਤੋਂ ਅਗਲੇਰੇ ਭਾਰ ਸ਼ਹੀਦ ਮਾਤਾ ਰਜਿੰਦਰ ਕੌਰ ਦੀਆਂ ਸਾਂਝਾਂ ਯਾਦਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਸ਼ਹਾਦਤਾਂ ਸਫਰੇ ਕਿਸਾਨੀ ਸੰਘਰਸ਼ ਪਿੰਡ ਮਹਾਵਾ ਦੇ ਵਿੱਚ ਸ਼ਹੀਦ ਮਾਤਾ ਰਜਿੰਦਰ ਕੌਰ ਦੇ ਘਰ, ਉਹਨਾਂ ਦੇ ਪਿੰਡ ਪਹੁੰਚੇ ਹੋਏ ਹਾਂ। ਗੱਲਬਾਤ ਉਹਨਾਂ ਦੇ ਪੁੱਤਰ ਜੀ ਨਾਲ ਹੋ ਰਹੀ ਸੀਗੀ। ਕਿਵੇਂ ਸੀ ਮਾਤਾ ਜੀ ਦਾ? ਤੁਸੀਂ ਦੱਸਿਆ ਕਿ ਪਹਿਲੇ ਦਿਨ ਤੋਂ ਲੱਗੇ ਸੀ। ਜਦੋਂ ਹੁਣ ਇਹ ਸੰਘਰਸ਼ ਸ਼ੁਰੂ ਹੋ ਜਾਂਦਾ, ਕਿਉਂਕਿ ਆਪਣੇ ਕੋਲ ਜਿੰਨਾ ਕੁ ਵਕਤ ਆਪਾਂ ਉਹਦੇ ਵਿੱਚ ਹੀ ਉਹ ਬਾਤ ਪਾ ਸਕਦੇ ਹਾਂ। ਜਦੋਂ ਇਹ ਸੰਘਰਸ਼ ਸ਼ੁਰੂ ਹੋ ਜਾਂਦਾ ਤਾਂ ਇੱਕ ਤਾਂ ਉਮਰ ਬਜ਼ੁਰਗ ਹੈ, ਬਿਰਧ ਨੇ। ਦਿੱਲੀ ਫਿਰ ਸਿੰਘੂ ਤੁਸੀਂ ਕਿਉਂ ਭੇਜਦੇ ਹੋ? ਤੁਸੀਂ ਰੋਕ ਸਕਦੇ ਸੀ ਵੀ ਨਹੀਂ ਜਾਣਾ ਚਾਹੀਦਾ। ਦੇਖੋ ਜੀ, ਉਹ ਫਿਰ ਜਿਹੜੇ ਪ੍ਰੋਗਰਾਮਾਂ ਦਾ ਜਿਹੜਾ ਹਿੱਸਾ ਸੀ, ਰੈਲੀਆਂ ਮੁਜ਼ਾਹਰਿਆਂ ਦਾ ਜੀ, ਇੱਕ ਤੇ ਉਹਨਾਂ ਦੀ ਚੇਤਨਾ ਬਹੁਤ ਵੱਧ ਚੁੱਕੀ ਸੀ। ਇੱਕ ਉਹਨਾਂ ਨੂੰ ਪਤਾ ਵੀ ਉਹ ਜਦੋਂ ਆਪਣੇ ਆਗੂਆਂ ਦੇ ਵਿਚਾਰ ਸੁਣਦੇ, ਉਹਨਾਂ ਨੂੰ ਪਤਾ ਵੀ ਦੇਸ਼ ਜਿਹੜਾ ਇਹ ਬਹੁਤ ਖਤਰਨਾਕ ਪਾਸੇ ਵੱਲ ਜਾ ਰਿਹਾ। ਤੇ ਉਹ ਵਿਚਾਰਾਂ ਦੇ ਪਰਪੱਕ ਸੀ ਵੀ ਆਪਾਂ ਕਿਸੇ ਤਰ੍ਹਾਂ ਇਹਨੇ ਜਿਹੜੀ ਸਾਡੀ ਆਉਣ ਵਾਲੀ ਜਵਾਨੀ, ਜਿਹੜੀ ਸਾਡੇ ਨੌਜਵਾਨ ਜਾਂ ਸਾਡੀ ਪੀੜ੍ਹੀ ਹੋਏਗੀ, ਉਹ ਸਾਨੂੰ ਲਾਂਤਾ ਪਾਇਆ ਕਰੂਗੀ। ਅੱਛਾ, ਇਹ ਗੱਲ ਵੀ ਘਰ 'ਚ ਹੁੰਦੀ ਸੀ? ਹਾਂ, ਤੇ ਘਰਾਂ 'ਚ ਇਹ ਗੱਲ ਵੀ ਹੁੰਦੀ ਸੀ। ਇਹ ਗੱਲ ਉਹਨਾਂ ਨੇ ਮਨ 'ਚ ਰੱਖੀ ਵੀ ਇਹ ਸਾਨੂੰ ਕੀ ਆਖਿਆ ਕਰਨਗੇ। ਤੇ ਇਸ ਕਰਕੇ ਆਪਾਂ ਮਨ 'ਚ ਉਹਨਾਂ ਦੇ 'ਚ ਇਹ ਵੀ ਇਹ ਗੱਲ ਲੈ ਕੇ ਨਹੀਂ ਜਾਣੀ, ਕਿਉਂਕਿ ਸਾਨੂੰ ਕੋਈ ਤੁਰ ਜਾਣ ਤੋਂ ਬਾਅਦ ਇਹ ਕਵੇ ਵੀ ਕੁਝ ਕਰਕੇ ਨਹੀਂ ਗਏ ਸਾਡੇ ਲਈ। ਇਸ ਭਾਵਨਾ ਤਹਿਤ ਫਿਰ ਉਹਨਾਂ ਨੇ ਦਿੱਲੀ ਜਾਣ ਦਾ ਪ੍ਰੋਗਰਾਮ ਬਣਾਇਆ। ਮੈਂ ਉਹਨਾਂ ਨੂੰ ਡੱਕਣ ਤੋਂ ਬਾਅਦ ਉਹਨਾਂ ਨੇ ਮੈਨੂੰ ਇਹੋ ਜਿਹੀ ਗੱਲ ਆਖੀ, ਸਾਡੇ ਬਾਪ ਪਹਿਲਾਂ ਤੁਰ ਗਏ 6 ਮਹੀਨੇ ਜੀ, ਤੇ ਉਹਨਾਂ ਨੇ ਫਿਰ ਇਹਨੂੰ ਮਿਸਾਲ ਦਿੱਤੀ ਵੀ ਤੁਹਾਡਾ ਬਾਪ ਤੁਹਾਡੇ ਹੱਥਾਂ 'ਚ ਚਲੇ ਗਿਆ, ਤੁਸੀਂ ਉਦੋਂ ਕੀ ਕਰ ਲਿਆ, ਤੇ ਜੇ ਮੈਂ ਉੱਥੇ ਮਰ ਜੂਗੀ ਤੇ ਫਿਰ ਕੀ ਹੋ ਜਾਊਗਾ, ਜੇ ਮੈਂ ਅੰਦੋਲਨ 'ਚ ਸ਼ਹੀਦ ਹੋ ਜਾਊਂਗਾ। ਹਾਂਜੀ, ਤੇ ਇਸ ਕਰਕੇ ਮੈਂ ਜਾਣਾ ਹੀ ਜਾਣਾ। ਉਹਦਾ ਮੁੱਖ ਕਾਰਨ ਇਹ ਸੀ, ਉਹ ਆਂਦੇ ਜਿਹੜਾ ਭਾਵੇਂ ਸਾਡੀ ਜ਼ਮੀਨ ਨਹੀਂ ਹੈਗੀ, ਪਰ ਸਾਡੀ ਜ਼ਮੀਰ ਹੈਗੀ ਆ ਜਿਹੜੀ ਸਾਡੇ ਤਵੇ ਤੇ ਰੋਟੀ ਪੱਕਦੀ ਆ, ਉਹ ਜੱਟ ਤੇ ਖੇਤ 'ਚ ਆਉਂਦੀ ਆ। ਪਿਆਰੇ ਦਰਸ਼ਕੋ, ਇਹ ਬੜੀ ਮਹੱਤਵਪੂਰਨ ਗੱਲ ਹੈ। ਇਹ ਵਿਚਾਰ ਕਿੱਥੋਂ ਆਉਂਦੇ ਨੇ? ਇਹ ਵਿਚਾਰ ਤੁਹਾਡੀ ਸਿਆਸੀ ਤੇ ਸਮਾਜਿਕ ਚੇਤਨਤਾ ਦੇ ਵਿੱਚੋਂ ਆਉਂਦੇ ਨੇ। ਕੀ ਤੁਸੀਂ ਇਮੇਜਿਨ ਕਰ ਸਕਦੇ ਹੋ, ਸੋਚ ਸਕਦੇ ਹੋ ਕਿ ਇਹ ਉਹ ਪਿੰਡ ਨੇ, ਉਹ ਇਲਾਕੇ ਨੇ ਜਿੱਥੋਂ ਆ ਸਾਹਮਣੇ ਨਾਲ ਉਹ ਲਕੀਰ ਹੈ, ਬਾਰਡਰ ਹੈ, ਉਹ ਤਾਰ ਹੈ, ਜਿੱਥੇ ਸਰਕਾਰਾਂ ਦੇ ਲੱਖ ਦਾਅਵਿਆਂ ਔਰ ਵਾਅਦਿਆਂ ਦੇ ਬਾਵਜੂਦ ਸਹੂਲਤਾਂ ਦੇ ਨਾਂ ਦੇ ਉੱਤੇ ਇੱਕ ਵੱਡੇ ਵਾਲੀ ਜ਼ੀਰੋ ਹੈ, ਔਰ ਜ਼ੀਰੋ ਦੇ ਅੱਗੇ ਵੀ ਤੁਸੀਂ ਮਾਈਨਸ ਦਾ ਨਿਸ਼ਾਨ ਲਾ ਸਕਦੇ ਹੋ, ਨਫੀ ਦਾ ਨਿਸ਼ਾਨ ਲਾ ਸਕਦੇ ਹੋ। ਤੇ ਇੱਥੇ ਨਾ ਕੋਈ ਚੱਜ ਦਾ ਸਕੂਲ, ਨਾ ਕੋਈ ਚੱਜ ਦਾ ਕਾਲਜ, ਪਰ ਫਿਰ ਵੀ ਇਹ ਲੋਕ ਚੇਤਨਤਾ ਕਿ ਸਾਡੇ ਘਰ ਦੇ ਤਵੇ ਦੇ ਉੱਤੇ ਜਿਹੜੀ ਰੋਟੀ ਆਉਂਦੀ ਆ, ਉਹ ਰੋਟੀ ਜ਼ਮੀਨ ਹਲ ਵਾਹਕ ਦੇ ਜ਼ਮੀਨ ਦੇ ਖੇਤ 'ਚੋਂ ਆਉਂਦੀ ਆ, ਜੱਟ ਦੇ ਜ਼ਿਮੀਂਦਾਰ ਦੇ ਖੇਤ 'ਚੋਂ ਆਉਂਦੀ ਆ, ਜਾਂ ਮਜ਼ਦੂਰਾਂ ਦੇ ਕਾਮਿਆਂ ਦੀ ਮਿਹਨਤ ਨਾਲੋਂ ਆਉਂਦੀ ਆ। ਇਹਨਾਂ ਕੋਲੇ ਮੈਂ ਤੁਹਾਡੀ ਜਾਣਕਾਰੀ ਦੱਸਦਾ ਕਿ ਇਹਨਾਂ ਕੋਲੇ ਆਪਣੀ ਜ਼ਮੀਨ ਬਿਲਕੁਲ ਨਹੀਂ ਹੈ। ਇਹ ਜ਼ਿਮੀਂਦਾਰਾਂ ਨਹੀਂ ਕਰਦੇ, ਇਹਨਾਂ ਦੇ ਹੋਰ ਕੰਮ ਨੇ, ਦੁਕਾਨਦਾਰੀ ਹੈ ਜਾਂ ਦੋਜੀ ਦਾ ਕੰਮ ਕਰਦੇ ਆ। ਪਰ ਇਹ ਹੁੰਦੀ ਆ ਕਿ ਗੱਲ ਜ਼ਮੀਨ ਨਹੀਂ ਹੈ, ਪਰ ਜ਼ਮੀਰ ਹੈ। ਜ਼ਮੀਰ ਦਾ ਜਾਗਦੇ ਹੋਣਾ ਹੀ ਮੇਰੇ ਖਿਆਲ 'ਚ ਤੁਹਾਡੇ ਜਿਉਂਦੇ ਹੋਣ ਦੀ ਨਿਸ਼ਾਨੀ ਹੁੰਦੀ ਹੈ।
ਸਰਕਾਰਾਂ ਦੇ ਜ਼ਮੀਰ ਕਦੋਂ ਜਾਗਣਗੇ ਉਹ ਬਾਅਦ ਦੀ ਗੱਲ ਹੈ। ਸਾਥੀ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਤੁਹਾਡਾ? ਮਾਨ ਸਿੰਘ ਜੀ। ਬੀਬੀ ਜੀ ਦੀ ਜੀਵਨ ਝਾਤ ਤੇ ਕਿਵੇਂ ਚੇਤਨਤਾ ਆਉਂਦੀ ਗਈ ਤੇ ਕਿਵੇਂ ਉਹ ਮਾਤਾ ਇਸ ਗੱਲ ਲਈ ਵੀ ਤਿਆਰ ਹੁੰਦੀ ਹੈ ਕਿ ਜੇ ਮੈਂ ਉੱਥੇ ਜਾ ਕੇ ਸ਼ਹੀਦ ਵੀ ਹੋ ਜਾਂਦੀ ਹਾਂ ਤਾਂ ਵੀ ਕੀ ਹੈ? ਦੇਖੋ ਜੀ, ਇਹ ਜਿਹੜੀ ਗਿਆਨਤਾ ਕਾਮਰੇਡ ਮੋਹਨ ਸਿੰਘ ਮਾਵਾ ਇਹਨਾਂ ਦੇ ਬੇਟੇ ਨੇ ਵੀ ਅੱਗੇ ਦੱਸਿਆ ਜੀ ਕਿ ਉਹਨਾਂ ਦੇ ਪਰਿਵਾਰ ਦੇ ਲਾਗੇ ਰਹਿਣ ਕਰਕੇ ਹੀ ਚੇਤਨਾ ਆਜ਼ਾਦੀ ਹੋਈ। ਜੀ ਇਹ 4-5 ਵਾਰ ਪੰਚਾਇਤ ਮੈਂਬਰ ਵੀ ਲਗਾਤਾਰ ਬਣਦੇ ਰਹੇ ਤੇ ਕੋਈ ਵੀ ਧੱਕਾ ਪਿੰਡ ਵਿੱਚ ਪੁਲਿਸ ਆਣ ਕੇ ਕਰਦੀ ਸੀ ਤੇ ਮੁਰੇ ਹੋ ਕੇ ਖਲੋਂਦੇ ਸੀ। ਮਾਤਾ ਜੀ ਦੇ ਨਾਲ ਤੁਸੀਂ ਵੀ ਜਾਂਦੇ ਰਹੇ ਹੋ ਸਿੰਘੂ ਉੱਥੇ ਬਾਰਡਰ ਤੇ? ਨਹੀਂ, ਮੈਂ ਜਥਾ ਜਦੋਂ ਇਹ ਜਾਂਦਾ ਸੀ ਨਾ ਕਿਸਾਨਾਂ ਦਾ, ਉਦੋਂ ਮੈਂ ਖੜਦਾ ਸੀ। ਜਦੋਂ ਬੀਬੀ ਦਾ ਜਥਾ ਜਾਂਦਾ ਉਦੋਂ ਮੇਰੀ ਘਰ ਦੀ ਜਾਂਦੀ। ਉਦੋਂ ਭੈਣ ਜੀ ਜਾਂਦੇ ਸੀ? ਹਾਂਜੀ। ਅੱਛਾ ਠੀਕ ਹੈ। ਬੀਬੀ ਹੋਰ ਕੋਈ ਯਾਦਾਂ, ਕਿਉਂਕਿ ਸਫ਼ਰ ਜਦੋਂ ਆਪਾਂ ਕਰ ਰਹੇ ਹੁੰਦੇ, ਮੰਨ ਲਓ ਅੰਮ੍ਰਿਤਸਰੋਂ ਆਪਾਂ ਗੱਡੀ ਤੇ ਬੈਠ ਗਏ ਜਾਂ ਅਟਾਰੀਓਂ ਗੱਡੀ ਤੇ ਬੈਠ ਗਏ ਤੇ ਦਿੱਲੀ ਪਹੁੰਚਣ ਤੱਕ ਟਾਈਮ ਬਹੁਤ ਲੱਗਦਾ, ਬੀਬੀ ਦੀਆਂ ਕੋਈ ਯਾਦਾਂ ਨੇ ਜਿਹੜੀਆਂ ਆਪਾਂ ਸਾਂਝੀਆਂ ਕਰ ਸਕੀਏ? ਇਹੋ ਗੱਲਾਂ ਬਾਤਾਂ ਬੀਬੀ ਕਰਦੀ ਗਈ ਆ, ਹੱਸਦੇ ਖੇਡਦੇ ਜਾਂਦੇ ਰਹੇ ਆ ਤੇ ਇਹੋ ਜਾਂਦੀ ਰਹੀ ਆ। ਆਪਾਂ ਸ਼ਹੀਦੀਆਂ ਉੱਥੇ ਪਾਉਣੀਆਂ, ਚਲੋ ਉਹਦੇ ਇਹੋ ਜਾਂਦੀ ਰਹੀ, ਸ਼ਹੀਦੀਆਂ ਆਪਾਂ ਉੱਥੇ ਪਾਉਣੀਆਂ। ਤੇ ਮੈਂ ਸਗੋਂ ਆਖਣਾ ਮਖਣਾ ਚਾਚੀ ਤੂੰ ਨਾ ਆਉਣੀਆਂ, ਆਂਦੀ ਉਹ ਵੀ ਆਂਦੇ ਰਹੇ ਕਰਦੇ, ਜਾਣਾ ਹੀ ਜਾਣਾ ਆਪਾਂ ਜਦੋਂ ਆਪਾਂ ਤੁਰੇ ਚੱਲੇ ਨਾ ਆਪਾਂ ਜਾਣਾ ਹੀ ਜਾਣਾ ਉੱਥੇ। ਇਹੋ ਹਾਸੇ ਖੇਡਦੀਆਂ ਰਹੀਆਂ। ਰੇਲ ਦੇ ਵਿੱਚ ਵੀ ਬੋਲੀਆਂ ਪਾਉਂਦੀਆਂ ਗਈਆਂ, ਮੋਦੀ ਨੂੰ ਗਾਲਾਂ ਕੱਢਦੀਆਂ ਗਈਆਂ, ਬੀਬੀਆਂ ਸਾਰੀਆਂ ਰਲੀਆਂ ਸੀ। ਬੜਾ ਜ਼ਿਆਦਾ ਉਹਨਾਂ ਨੇ ਵੀ ਕੀਤਾ ਸੀ, ਬਹੁਤ ਜ਼ਿਆਦਾ ਹੈਗਾ ਸੀ ਮਾਤਾ ਦਾ। ਤੇ ਉਹ ਹੱਸ ਖੇਡ ਕੇ ਤੇ ਆਪਾਂ ਟਾਈਮ ਗੁਜ਼ਾਰ ਕੇ ਤੇ ਉੱਥੇ ਚਲੇ ਗਏ ਤੇ ਉੱਥੇ ਮੁੜ ਕੇ ਉਤਰੇ ਹੀ ਬੋਲੀਆਂ ਪਾਉਂਦੀਆਂ ਰਹੀਆਂ ਤੇ ਇਤਰੇ ਹੀ ਗੱਲਾਂ ਬਾਤਾਂ ਕਰਦੇ ਰਹੇ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਸੁਰਜੀਤ ਕੌਰ ਹੈ। ਸੁਰਜੀਤ ਕੌਰ ਜੀ, ਤੁਹਾਡਾ ਮਾਤਾ ਹੋਰਾਂ ਨਾਲ ਕੀ ਰਿਸ਼ਤਾ? ਮੇਰੀ ਮਾਤਾ ਜੀ ਸੀ, ਸਭ ਤੋਂ ਵੱਡੀ ਬੇਟੀ ਆ ਉਹਨਾਂ ਦੀ। ਅੱਛਾ ਜੀ। ਤੇ ਉਹਨਾਂ ਦੇ ਪਾਸ 'ਚ ਹੀ ਰਹਿੰਦੀ ਆ, ਪੜੋਸ 'ਚ ਹੀ। ਜੀ। ਹਸਬੈਂਡ ਪੂਰੇ ਹੋ ਗਏ ਸੀ ਜੀ। ਉਸ ਤੋਂ ਬਾਅਦ ਉਹਨਾਂ ਦੇ ਨਾਲ ਹੀ ਰਹੀਆਂ, ਉਹਨਾਂ ਦੇ ਆਸਰੇ ਨਾਲ ਹੀ ਆਪਣਾ ਟਾਈਮ ਕੱਟਿਆ ਹੈ। ਬਹੁਤ ਦਲੇਰ ਸੀਗੇ, ਨਿਡਰ ਸੀਗੇ, ਕਿਸੇ ਤੋਂ ਨਹੀਂ ਸੀ ਡਰਦੇ। ਜੋ ਵੀ ਭੀੜ ਆਂਦੀ ਸੀ ਅੱਗੇ ਹੋ ਕੇ ਖਲੋ ਜਾਂਦੇ ਸੀ। ਸਾਡੇ ਕੋਲੋਂ ਵਿਛੜ ਗਿਆ, ਬੜਾ ਖਸਤਾ ਇਸ ਗੱਲ ਦਾ ਕਿ ਇੱਕ ਸਾਡੇ ਘਰੋਂ ਇਹੋ ਜਿਹਾ ਇਨਸਾਨ ਚਲਾ ਗਿਆ ਏ ਕਿ ਜਿਹੜਾ ਸਾਡੇ ਘਰ ਦਾ ਮੋਢੀ ਸੀਗਾ ਔਰ ਪਾਰਟੀ ਦੇ ਵੀ ਮੋਢੀ ਸੀਗੇ। ਜਿੱਥੇ ਜਾਂਦੇ ਸੀ ਉੱਥੇ ਉਹਨਾਂ ਦਾ ਆਪਣਾ ਜਜ਼ਬਾ ਵੱਖਰਾ ਹੀ ਸੀ ਮਾਤਾ ਦਾ। ਹਾਂਜੀ। ਔਰ ਸਾਨੂੰ ਵੀ ਕਹਿੰਦੇ ਸੀ ਕਿ ਬੇਟਾ ਕੋਈ ਵੀ ਭੀੜ ਬਣੇ ਤੇ ਉਹ ਤੋਂ ਡਰਨਾ ਨਹੀਂ ਹੈ। ਅੱਛਾ, ਇਹ ਗੱਲ ਤੁਹਾਡੇ ਅੰਦਰ ਵੀ ਭਰੀ ਆਪਣੀਆਂ ਧੀਆਂ ਅੰਦਰ? ਹਾਂਜੀ, ਕਿਸੇ ਤੋਂ ਡਰਨਾ ਨਹੀਂ ਹੈ। ਕੋਈ ਇਹੋ ਜੀ ਗੱਲ ਨਹੀਂ ਕਿ ਜਿਹੜਾ ਇਨਸਾਨ ਹੱਲ ਨਹੀਂ ਕਰ ਸਕਦਾ। ਵਾਹ ਜੇ ਉਹਦੇ ਅੰਦਰ ਜਜ਼ਬਾ ਹੈ ਤੇ ਉਹ ਹਰ ਕੰਮ ਹਰ ਗੱਲ ਹੱਲ ਕਰੇਗਾ ਜੀ। ਤੇ ਬਾਕੀ ਇਹ ਕਿ ਜੇ ਡਰੋਗੇ ਤੇ ਡਰ ਕੇ ਤੇ ਕੁਝ ਨਹੀਂ ਹੁੰਦਾ, ਡਰਨਾ ਨਹੀਂ ਹੈ। ਬਾਕੀ ਇਹ ਕਿ ਮੈਂ ਵੀ ਰੋਕਿਆ ਆਣ ਕੇ ਵੀ ਮਾਤਾ ਜੀ 70 ਸਾਲ ਦੀ ਉਮਰ ਆ ਜੀ ਜੀ ਤੇ ਸ਼ੂਗਰ ਦੇ ਮਰੀਜ਼ ਜੇ ਜੀ। ਤੇ ਕਿਹੜੇ ਬੰਨੇ ਨੂੰ ਤੁਰੇ, ਕਹਿੰਦੇ ਲੈ ਇੰਨੇ ਚਿਰ ਦੇ ਸੰਘਰਸ਼ 'ਚ ਜਾਂਦੇ ਆ, ਇੰਨੇ ਚਿਰ ਮੋਰਚਿਆਂ 'ਚ ਜਾਂਦੇ ਆ। ਪਤਾ ਜਦੋਂ ਮੈਂ ਚੰਡੀਗੜ੍ਹ ਗਈ ਸੀ 15 ਦਿਨ ਵਾਸਤੇ। ਅੱਛਾ, ਉਹ ਤੁਹਾਨੂੰ ਦੱਸਦੇ ਸੀ ਉਹ ਗੱਲ? ਹਾਂਜੀ। ਤੇ ਮੈਂ ਉੱਥੇ ਨਹੀਂ ਸੀ ਰੁਕੀ, ਤੁਸੀਂ ਮੈਨੂੰ ਰੋਕਦੇ ਸੀ ਤੇ ਮੈਂ ਉੱਥੋਂ ਲਾਲ ਬਿੱਲੇ ਫੀਤੀਆਂ ਲਵਾ ਕੇ ਆਈ ਸਾਂ। ਉੱਥੇ ਵੀ ਬੜਾ ਪਾਰਟੀ ਦੇ ਵਿੱਚ ਯੋਗਦਾਨ ਪਾਇਆ ਸੀ ਜੀ। ਤੇ ਹੁਣ ਮੈਂ ਜਾਣਾ ਹੀ ਜਾਣਾ ਹੈ, ਮੈਨੂੰ ਰੋਕੋ ਨਾ। ਅਗਰ ਮੈਂ ਸ਼ਹੀਦ ਵੀ ਹੋ ਜਾਨੀ ਆ, ਆਪਣੀ ਆਉਣ ਵਾਲੀ ਪੀੜ੍ਹੀਆਂ ਤੱਕ ਦੱਸੋਗੇ ਕਿ ਸਾਡਾ ਕੋਈ ਵੱਡਾ ਕਿਸੇ ਵਾਸਤੇ ਸ਼ਹੀਦ ਹੋਇਆ ਸੀ। ਵਾਹ ਵੀ ਵਾਹ, ਪਿਆਰੇ ਦਰਸ਼ਕੋ, ਇਹ ਜਜ਼ਬੇ, ਇਹਨਾਂ ਨੂੰ ਸਲਾਮ ਹੈ ਨਾ ਜਜ਼ਬਿਆਂ ਨੂੰ। ਹਾਂਜੀ। ਤੇ ਉਹਨਾਂ ਨੇ ਫਿਰ ਇਦਾਂ ਸਾਨੂੰ ਕਿਹਾ ਕਿ ਜੇ ਸਾਡੇ ਘਰ ਚੋਂ ਕੋਈ ਵੀ ਨਾ ਤੁਰਿਆ ਤੇ ਸਾਡਾ ਨਾਂ ਕੌਣ ਲਏਗਾ। ਬਹੁਤ ਅੱਛਾ। ਬਸ ਇੰਨੀ ਗੱਲ ਕਹਿ ਕੇ ਸਾਡੇ ਤੋਂ ਚਲੇ ਗਏ ਆ। ਬਾਕੀ ਇਹ ਵੀ ਚਲੋ ਰੋਜ਼ ਅਸੀਂ ਫੋਨ ਕਰਦੇ ਸੀ, ਬਾਕੀ ਇਹ ਵੀ ਸਾਡੀ ਮਾਤਾ ਵਰਗਾ ਚਲੋ ਹੈਗੇ ਤੇ ਭਰਾ ਵੀ ਆ, ਭਰਜਾਈਆਂ ਵੀ ਆ, ਸਭ ਆ, ਸਾਰਾ ਪਰਿਵਾਰ ਵੀ ਆ, ਨਗਰ ਵੀ ਆ। ਪਰ ਉਹਨਾਂ ਵਰਗਾ ਜਿਹੜਾ ਜਜ਼ਬਾ ਹੈ ਨਾ ਉਹ ਉਹਨਾਂ ਕੋਲ ਹੀ ਸੀ। ਉਹਨਾਂ ਦੇ ਤਾਇਆ ਜੀ, ਉਹਨਾਂ ਦੇ ਪਿਤਾ ਜੀ ਜੈਤੋ ਦੇ ਮੋਰਚੇ ਵਿੱਚ, ਉਹ ਮੋਰਚੇ ਵਿੱਚ ਹੋ ਕੇ ਆਏ ਸੀ। ਕਹਿੰਦੇ ਹੁੰਦੇ ਸੀ ਮੈਂ ਸ਼ਹੀਦ ਪਰਿਵਾਰ ਦੀ ਧੀ ਆ, ਮੈਂ ਕਿਸੇ ਮੋਰਚੇ ਤੋਂ ਪਿੱਛੇ ਨਹੀਂ ਹਟਣਾ। ਵੱਧ ਤੋਂ ਵੱਧ ਕੀ ਹੋਏਗਾ, ਜਾਨ ਚਲੀ ਜਾਏਗੀ, ਸ਼ਹੀਦੀ ਪਾ ਲੂੰਗੀ। ਇਹਨਾਂ ਉਹਨਾਂ ਦੇ ਵਿੱਚ ਇੰਨੀ ਨਿਡਰਤਾ ਸੀ। ਬਾਕੀ ਉਹਨਾਂ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਕਰਨੀ। ਕੋਈ ਸਾਡੇ ਆਣ ਕੇ ਕੋਈ ਤੰਗ ਕਰੇ, ਕੋਈ ਪੁਲਿਸ ਆਵੇ ਤੇ ਉਹਦੇ ਵੀ ਅੱਗੇ ਹੋ ਕੇ ਖਲੋ ਜਾਣਾ ਹੈ। ਜੇ ਪਿੰਡ 'ਚ ਵੀ ਕਿਸੇ ਨਾਲ ਕੋਈ ਧੱਕਾ ਹੁੰਦਾ? ਹਾਂਜੀ, ਕੋਈ ਧੱਕਾ ਹੁੰਦਾ ਹੈ ਅੱਗੇ ਹੋ ਕੇ ਖਲੋ ਜਾਣਾ। ਪਾਰਟੀ ਦੇ ਤੌਰ ਤੇ ਸਾਰੀ ਪਾਰਟੀ ਨੇ ਨਾਲ ਜਾਣਾ ਜੀ।
ਤੇ ਗੱਲ ਇਹਨਾਂ ਇਹ ਵੀ ਕਹਿਣੀ ਹੈ ਕਿ ਬੀਬੀ ਜੀ ਗੱਲ ਕਰਨਗੇ, ਕਿਉਂਕਿ ਇੱਕ ਇਨਸਾਨ ਗੱਲਕਾਰ ਹੁੰਦਾ ਹੈ ਜੀ ਬਿਲਕੁਲ, ਉਹ ਗੱਲ ਨਾਲ ਜਿੱਤਦਾ ਹੈ। ਤੇ ਉਸ ਤਰ੍ਹਾਂ ਦੇ ਭਾਵੇਂ ਸਾਡੇ ਵਰਗੇ ਕਿੰਨੇ ਵੀ ਜਾ ਕੇ ਖਲੋ ਜਾਓ, ਜੇ ਸਾਨੂੰ ਗੱਲ ਨਹੀਂ ਆਉਂਦੀ ਤੇ ਆਪਾਂ ਗੱਲ ਕੀ ਕਰਾਂਗੇ? ਹੱਕ ਤੁਹਾਡੇ ਦੇ ਨਾਲ ਭੈਣ ਜੀ ਫੋਨ ਤੇ ਗੱਲ ਹੁੰਦੀ ਸੀ ਬੀਬੀ ਦੀ ਜਦੋਂ ਮਤਲਬ ਜਦੋਂ ਉੱਥੇ ਧਰਨੇ ਤੇ ਗਏ ਹੋਏ ਸੀ ਮੇਰੇ ਦਿੱਲੀ? ਨਾਲ ਗੱਲ ਹੋਈ ਆ। ਛੋਟੀ ਭੈਣ ਜੀ ਦੇ ਨਾਲ ਰੋਜ਼ ਗੱਲ ਹੁੰਦੀ ਸੀ, ਵੱਡੇ ਬ੍ਰਦਰ ਦੇ ਨਾਲ ਮੇਰੇ ਨਾਲ ਰੋਜ਼ ਗੱਲ ਹੁੰਦੀ ਸੀ। ਕਈ ਵਾਰ ਤੇ ਮੈਂ ਇਹਨਾਂ ਕੋਲ ਪੁੱਛ ਲੈਂਦੀ ਸੀ ਕਿ ਮਾਤਾ ਜੀ ਕੀ ਕਹਿੰਦੇ ਆ, ਇਹ ਕਿੱਦਾਂ ਹੈ ਮਾਤਾ ਜੀ ਦਾ? ਕਹਿੰਦੇ ਨਹੀਂ ਠੀਕ ਠਾਕ ਆ, ਕੋਈ ਗੱਲ ਨਹੀਂ ਹੈਗੀ। ਜਿਹੜੀ ਵੀਡੀਓ ਆਈ ਉਹ ਵੀ ਵੇਖਣ ਦੇ ਆ। ਫਿਰ ਜਦੋਂ ਫੋਨ ਆਇਆ ਏ, ਇੱਥੇ ਅਸੀਂ ਬੈਠੇ ਸੀ ਸਾਰੇ ਇਕੱਠੇ ਹੀ, ਇਹ ਵੀ ਬੈਠਾ ਏ, ਮੇਰੀ ਭਾਬੀ ਜੀ ਵੀ ਬੈਠੀ, ਮੈਂ ਵੀ ਬੈਠੀ ਹਾਂ, ਸਾਰਾ ਪਰਿਵਾਰ ਸੀ ਬੈਠੇ ਆ ਇਕੱਠੇ ਹੋ ਗਏ। ਫੋਨ ਆਇਆ ਤੇ ਭਰਾ ਲੈ ਕੇ ਅੰਦਰ ਚਲਾ ਗਿਆ ਵੀ ਇਹਨਾਂ ਨੂੰ ਪਤਾ ਨਾ ਲੱਗੇ। ਮੈਂ ਕਿਹਾ ਕੀ ਗੱਲ ਆ? ਕਹਿੰਦੇ ਮਾਤਾ ਕੋਈ ਨਹੀਂ, ਥੋੜੀ ਠੀਕ ਨਹੀਂ ਤੇ ਹਸਪੀਟਲ ਲੈ ਕੇ ਗਏ ਆ। ਪਰ ਸਾਡੇ ਦਿਲ ਵਿੱਚ ਉਦੋਂ ਮੁੱਕੀ ਵੱਜੀ ਕਿ ਉਹਨਾਂ ਨੇ ਮਤਲਬ ਜੇ ਜ਼ਿਆਦਾ ਹੀ ਕੁਝ ਹੈਗਾ ਏ ਤੇ ਸਾਨੂੰ ਫੋਨ ਕੀਤਾ ਏ, ਵਰਨਾ ਕੀ ਲੋੜ ਸੀ, ਆ ਹੀ ਜਾਣਾ ਸੀ ਕੱਲ ਪਰਸੋਂ ਤੱਕ ਤੇ ਉਹਨਾਂ। ਹਾਂ, ਮੈਨੂੰ ਇੱਕ ਹੋਰ ਗੱਲ ਪਤਾ ਲੱਗੀ ਕਿ ਮਾਤਾ ਹੋਰਾਂ ਨੇ ਤੁਰਨਾ ਸੀ ਉਦੋਂ, ਉਹਨਾਂ ਦੀ ਤੁਰਨ ਦੀ ਵਾਰੀ ਸੀ, ਉਦੋਂ ਤੁਰਨ ਦੀ ਵਾਰੀ ਸੀ। ਉਦੋਂ ਰਾਤ ਇਹਨਾਂ ਨੇ ਹਰਦਾਵਾ ਸਾਹਿਬ ਦੀ ਵੋਟੀ ਨੂੰ ਆਖਿਆ ਵਾ, ਇਹ ਮਾਤਾ ਨਹਾ ਨੂੰ ਕੇ ਨਾ ਸਿਰ ਪਿੰਡੇ ਨਹਾਤੀ ਆ। ਮਾਤਾ ਇੱਥੇ ਬੈਠੀ ਤੇ ਸਲਾਹ ਕਰਦੀਆਂ ਵੀ ਆਪਾਂ ਰਾਤ ਦੀ ਟ੍ਰੇਨ ਤੇ ਚੱਲੀਏ ਕਿ ਸਵੇਰੇ, ਤੇ ਵਿੱਚੋਂ ਬੀਬੀਆਂ ਕਹੀ ਜਾਂਦੀਆਂ ਵੀ ਨਹੀਂ ਆਪਾਂ ਰਾਤ ਦੀ ਟ੍ਰੇਨ ਤੇ ਚੱਲੀਏ। ਇਹ ਮਾਤਾ ਵੀ ਬੈਠੀ ਆ, ਮਾਤਾ ਨੂੰ ਦਈ ਆ ਥੋੜੇ ਜ਼ੁਕਾਮ ਜਿਹਾ ਲੱਗਾ, ਬੈਠੀ ਆ ਤੇ ਮੈਂ ਹੀ ਲਾਗੇ ਬੈਠੀਆਂ। ਅਸੀਂ ਆਖਿਆ ਵੀ ਜੇ ਆਪਾਂ ਤਰੀਕ ਜਿਹੜੀ ਮਿਤੀ ਆਪਾਂ ਉਸ ਤਰੀਕ ਤੇ ਜਾਣਾ, ਆਪਾਂ ਸਵੇਰੇ ਜਾਵਾਂਗੇ। ਮੈਂ ਇੰਨਾ ਆਖ ਬੈਠੀ ਤੇ ਮੇਰੀਆਂ ਜਿਹੜੀਆਂ ਸਾਥਣਾਂ ਹੁੰਦੀਆਂ, ਤੈਨੂੰ ਘਰ ਦਾ ਕੋਈ ਫਿਕਰ ਨਹੀਂ ਹੈਗਾ ਰਾਜ? ਮੈਂ ਆਖਿਆ ਨਹੀਂ ਮੈਨੂੰ ਨਹੀਂ ਫਿਕਰ ਹੈਗਾ ਘਰ ਦਾ, ਕੋਈ ਗੱਲ ਨਹੀਂ, ਅੱਜ ਰਾਤ ਦੇ ਵਿੱਚ ਤੇ ਸਵੇਰ ਦੇ ਵਿੱਚ ਕੀ ਆ, ਸਵੇਰੇ ਜਾਵਾਂਗੇ ਆਪਾਂ ਦਿਨੇ ਆਪਾਂ ਪਰ ਜਾਵਾਂਗੇ, ਆਪਾਂ ਰਾਤ ਕੀ ਕਰਨਾ ਗੱਡੀ ਦੇ ਵਿੱਚ? ਇਹ ਮਾਤਾ ਵੀ ਆਂਦੀ ਹਾਂ ਰਾਜ ਆਪਾਂ ਸਵੇਰੇ ਜਾਵਾਂਗੇ। ਤੇ ਆਪਾਂ ਇੱਥੇ ਗੱਲਾਂ ਬਾਤਾਂ ਸਾਰੀਆਂ ਬੀਬੀਆਂ ਕਰਨ ਦੀਆਂ ਆ, ਰੰਧਾਵਾ ਸਾਹਿਬ ਦੀ ਵੋਟੀ ਦੇ ਨਾਲ ਸਲਾਹ ਬਣਾਉਂਦੀਆਂ ਤੇ ਆਂਦੇ ਚਲੋ ਅੱਛਾ ਜੇ ਆਪਾਂ ਸਵੇਰੇ ਜਾਣਾ ਵਾ ਤੇ ਆਪਾਂ ਰੋਟੀ ਪਾਣੀ ਆਪਣਾ ਰਾਤ ਦਾ ਤੜਕੇ ਆਪਾਂ ਜਾਂ ਰੋਟੀ ਪਾਣੀ ਕਰ ਲਈਏ, ਕਰਕੇ ਚਲੇ ਜਾਵਾਂਗੇ ਰਾਤ ਨੂੰ। ਉਹ ਸਾਨੂੰ ਆਪਾਂ ਨੂੰ ਮੌਕਾ ਨਹੀਂਗਾ ਮਿਲਿਆ। ਮਾਤਾ ਉਹ ਗੱਲ ਰਾਤ ਹੀ ਉਦੋਂ ਰਾਤ ਜਿੱਦਣ ਅਗਲੇ ਦਿਨ ਹੁਣ ਰਾਤ ਹੀ ਮਾਤਾ ਨੇ ਸਾਨੂੰ ਭੱਜਣਾ ਪਾਤੀਆਂ ਵਾ ਤੇ ਆਪਾਂ ਰਾਤ ਹੀ ਮਾਤਾ ਨੂੰ ਲੈ ਕੇ ਤੁਰੇ ਫਿਰਦੇ ਰਹੇ ਆ। ਤੇ ਤੜਕੇ ਅਸੀਂ ਰਾਤ ਮੁੜ ਕੇ 4 ਵਜੇ ਅਸੀਂ ਉੱਥੇ ਸੌਣੀ ਪੱਤ ਨੂੰ ਕਰਾ ਕੇ ਆਏ ਆ, ਦਾਖਲ ਦੋਵੇਂ ਮੈਂ ਤੇ ਆ ਕਰਾ ਕੇ ਉੱਥੇ ਆਏ ਭਰਤੀ ਹਸਪਤਾਲ ਦੇ ਵਿੱਚ। ਜਿਹੜੇ ਇਹਨਾਂ ਨੂੰ ਆਖਿਆ ਵੀ ਸਾਡਾ ਪੋਸਟਮਾਰਟਮ ਤੁਸੀਂ ਤੜਕੇ ਕਰਨਾ ਜਾ, ਨਾਲ ਹੰਦਾਵਾ ਸਾਹਿਬ ਨਾਲ 2 ਜਣੇ ਹੋਰ ਆ, ਉਹ ਲੈ ਕੇ ਗਏ ਹੰਦਾਵਾ ਸਾਹਿਬ ਕਰਾ ਕੇ ਪੋਸਟਮਾਰਟਮ ਉੱਥੋਂ ਸਾਨੂੰ ਦਾਖਲ ਉਹਨਾਂ ਨੂੰ ਤੋਰ ਦਿੱਤਾ ਉੱਥੋਂ। ਤੇ ਇਹ ਆ ਵੀ ਆਪਾਂ ਰਵਾ ਰਵੀ ਆ ਗਏ, ਕੋਈ ਮੁਸ਼ਕਲ ਨਹੀਂ ਸਾਨੂੰ ਆਈ। ਤੇ ਇਹ ਵੀ ਰੋਣੀਆਂ ਆ ਗਿਆ ਵੀ ਮਾਤਾ ਨੂੰ ਅਸੀਂ ਲੈ ਕੇ ਤੇ ਜੂੰਦੀ ਨੂੰ ਗਈਆਂ ਤਾਂ ਮੁੱਕੀ ਨੂੰ ਅਸੀਂ ਲੈ ਕੇ ਆ ਗਏ ਆ। ਬਹੁਤ ਜ਼ਿਆਦਾ ਸਾਡਾ ਵੀ ਇਤਨਾ ਹਾਲਤ ਹੋਇਆ ਵੀ ਚੱਲ ਅਸੀਂ ਜੂੰਦੀ ਨੂੰ ਖੜਦੀਆਂ ਘਰ ਹੈ ਤੇ ਪਰ ਮਾਤਾ ਨੇ ਸਾਨੂੰ ਜਵਾਬ ਦੇ ਦਿੱਤਾ। ਇਹ ਦੇਖ ਲਓ ਪਿਆਰੇ ਦਰਸ਼ਕੋ, ਇਹ ਦਾਸਤਾਨਾਂ ਨੇ। ਹੁਣ ਜੇ ਸਰਕਾਰਾਂ ਜਾਂ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਜਾਂ ਹੋਰ ਸਾਰੇ ਕਹਿ ਦਿੰਦੇ ਆ ਕਿ ਇਹਨਾਂ ਨੂੰ ਤਾਂ ਸਮਝ ਨਹੀਂ ਆਈ ਸੀ, ਆ ਸਮਝ ਹੈ ਜਿਹੜੇ ਨੂੰ ਇਹ ਸਮਝ ਪਤਾ ਹੈ ਕਿ ਚੁੱਲ੍ਹਿਆਂ ਦੀ ਅੱਗ ਨੂੰ ਖਤਰਾ ਹੈ, ਤਵੇ ਤੇ ਪਈ ਰੋਟੀ ਨੂੰ ਖਤਰਾ ਹੈ, ਇਹ ਸਮਝ ਹੈ ਸਿਆਸੀ ਵੀ ਤੇ ਸਮਾਜਿਕ ਵੀ। ਕੋਈ ਹੋਰ ਬੀਬੀ ਦੀ ਯਾਦ ਫੋਨ ਤੇ ਜਦੋਂ ਗੱਲ ਹੁੰਦੀ ਸੀ ਉੱਥੇ ਬਾਰਡਰ ਤੇ ਕੀ ਗੱਲਾਂ ਬਾਤਾਂ ਮਾਤਾ ਦੇ ਨਾਲ ਅਖੀਰਲੇ ਦਿਨ ਤੋਂ ਪਹਿਲਾਂ ਕੋਈ ਗੱਲ ਹੋਈ ਹੋਵੇ? ਹਾਂਜੀ, ਘਟਨਾ ਇੱਕ ਬਹੁਤ ਵਧੀਆ ਹੈ। ਮਾਤਾ ਜੀ ਜਦੋਂ ਫਸਟ ਟਾਈਮ ਮੈਂਬਰ ਪੰਚਾਇਤ ਬਣਦੇ ਆ ਨਾ ਜੀ, ਇੱਥੇ ਪੁਲਿਸ ਨੂੰ ਪਤਾ ਲੱਗਾ ਕਿ ਕੋਈ ਕਤਲ ਹੋ ਗਿਆ ਤੇ ਉਹਦੀ ਜਿਹੜੀ ਬੋਡੀ ਆ ਉਹ ਗੰਦੇ ਨਾਲੇ ਚ ਆਉਣ ਡਈ ਆ ਜੀ। ਉਹ ਇੱਥੇ ਸਾਡੇ ਪਿੰਡ ਦੇ ਦੋਤੇ ਹੀ ਉਹ ਵਪਾਰ ਕਰਨ ਆਏ ਵਿਚਾਰੇ, ਉਹਨਾਂ ਨੂੰ ਪੁਲਿਸ ਨੇ ਉੱਥੇ ਘੇਰ ਲਿਆ ਤੇ ਉਹ ਗੰਦੇ ਨਾਲੇ ਚ ਵਾਰਤਾ ਵੀ ਚਲੋ ਬੋਡੀ ਲੱਭੀਏ। ਅੱਛਾ। ਉਹ ਪਿੰਡ ਦਾ ਜਿਹੜਾ ਬੰਦਾ ਸੀ ਉਹ ਨਾਲ ਉਹਦੇ, ਉਹ ਉੱਥੋਂ ਵਿਚਾਰਾ ਬਚ ਕੇ ਆ ਗਿਆ, ਚੋਰੀ ਭੱਜ ਆਇਆ। ਉਹ ਆਇਆ, ਉਹ ਸਾਰੇ ਪਿੰਡ ਦੀ ਪੰਚਾਇਤ ਦੇ ਜਿਹਨੇ ਚੁਣੇ ਸੀ ਸਰਪੰਚ ਸੀ, ਕੋਈ ਲੱਭਾ ਨਾ। ਤੇ ਉਹ ਸਾਡੇ ਇੱਥੇ ਬੂਹੇ ਗਾੜੀਆਂ ਅੱਗੋਂ ਜਾਂਦਾ ਕਹਿੰਦਾ ਕਿਹੋ ਜਿਹੇ ਪਿੰਡ ਆ, ਕਿ ਪੰਚਾਇਤ ਆ, ਕੋਈ ਬੰਦਾ ਨਹੀਂ ਲੱਭਾ। ਪਿੰਡ ਦੇ ਦੋ ਤੇ ਉਹਨਾਂ ਨਾਲੇ 'ਚ ਵੜੇ ਆ। ਮਾਤਾ ਦੁਕਾਨ 'ਚ ਹੀ, ਮਾਤਾ ਆਂਦੀ ਮਹਿੰਦਰਾ ਕੀ ਗੱਲ ਆ? ਮਹਿੰਦਰ ਸੀ ਉਹ ਬੰਦੇ ਦਾ ਨਾਂ। ਮਹਿੰਦਰਾ ਕੀ ਗੱਲ ਆ? ਆਂਦਾ ਛਾਣੀ ਉਹ ਨਾ ਇਹ ਆਪਣਾ ਫਲਾਣੇ ਦੇ ਦੋਤੇ ਨੇ ਤੇ ਉਹ ਵਿਚਾਰੇ ਉਹਨਾਂ ਨੇ ਪੁਲਿਸ ਵਾਲੇ ਵਾੜੇ। ਆਂਦੀ ਹੈ ਇਹ ਸਾਡੇ ਪਿੰਡ ਦੇ ਦੋਤੇ ਹੁਣ ਉਹ ਕਿੱਦਾਂ ਵਾੜਦੇ ਆ? ਆਂਦਾ ਕੌਣ ਚੱਲੂਗਾ ਸੀ? ਮੈਂ ਮੈਂਬਰ ਪੰਚਾਇਤ, ਮੈਂ ਚੱਲਦੀ, ਚੱਲ ਤੇਰੇ ਨਾਲ। ਉਹ ਅੱਗੇ ਉਹ ਤੁਰੀ ਉੱਥੇ ਜਾ ਕੇ ਤੇ ਪੁਲਿਸ ਵਾਲਿਆਂ ਨੂੰ ਉਹਨਾਂ ਨੂੰ ਆਂਦੀ, ਮੁੰਡਿਆਂ ਨੂੰ ਆਂਦੀ ਬਾਹਰ ਨਿਕਲੋ। ਤੇ ਉਹ ਆਂਦੇ ਸਾਨੂੰ ਪੁਲਿਸ ਵਾਲੇ ਮਾਰਨ ਆਉਂਦੇ। ਮੈਂ ਹੈਗੀਆਂ, ਮੇਰੇ ਅੰਦਰ ਕਿੱਦਾਂ ਮਾਰਨਗੇ? ਨਹੀਂ ਮੈਂ ਕੋਈ ਨਹੀਂ ਤੁਹਾਨੂੰ ਮਾਰਦਾ, ਬਾਹਰ ਨਿਕਲੋ। ਉਹਨੇ ਚੈਨੂੰ ਐਸਾ ਹੀ ਆ ਗਿਆ। ਆਂਦਾ ਮਾਤਾ ਜੀ ਤੁਸੀਂ ਕੌਣ ਜੇ? ਆਂਦਾ ਜੀ ਮਾਂ ਜੀ ਮੈਂ ਮੈਂਬਰ ਪੰਚਾਇਤ ਆ, ਤੁਹਾਡਾ ਕੰਮ ਹੈ ਤੁਸੀਂ ਵਰਦੀਆਂ ਪਾਉਂਗਾ, ਮੈਂ ਪਿੰਡ ਦੇ ਮੈਨੂੰ ਚੁਣਿਆ, ਮੈਂ ਕੱਪੜੇ ਲਾਉਣੀ ਆ, ਉਦੋਂ ਤੁਸੀਂ ਵਰਦੀਆਂ ਲਾਓ, ਆਪਾਂ ਲਾਸ਼ ਲੱਭਣੇ ਸਾਡੇ ਪਿੰਡ ਦੇ ਤੋਂ, ਇਹ ਕਿਉਂ ਲਾਸ਼ ਲੱਭਣ? ਬਿਲਕੁਲ, ਇਹ ਜਜ਼ਬਿਆਂ ਦੀ ਗੱਲ ਹੈ ਜੀ। ਕਿੱਡੀ ਸੋਹਣੀ ਮਿਸਾਲ ਦਿੱਤੀ ਹੈ ਭਾਈ ਸਾਹਿਬ ਨੇ।
ਇਹਨਾਂ ਮਿਸਾਲਾਂ ਦੇ ਨਾਲ ਹੀ ਤੁਹਾਡੀ ਸਾਂਝ ਪਾਉਂਦਾ ਰਹਾਂਗਾ। ਫਿਲਹਾਲ ਵਕਤ ਇੱਕ ਛੋਟੇ ਵਕਫੇ ਦਾ ਹੋਇਆ। ਬ੍ਰੇਕ ਦੇ ਅਗਲੇਰੇ ਪਾਰ ਵੀ ਸ਼ਹੀਦ ਮਾਤਾ ਰਜਿੰਦਰ ਕੌਰ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗਾ। ਬ੍ਰੇਕ ਦੇ ਇਸ ਪਾਰ ਤੁਹਾਡਾ ਸਵਾਗਤ ਹੈ। ਸ਼ਹਾਦਤਾਂ ਸਫਰੇ ਕਿਸਾਨੀ ਸੰਘਰਸ਼ ਸਰਹੱਦ ਦੇ ਬਿਲਕੁਲ ਨਾਲ ਪੈਂਦੇ ਪਿੰਡ ਮਹਾਵਾ, ਜ਼ਿਲ੍ਹਾ ਅੰਮ੍ਰਿਤਸਰ, ਕਿਸਾਨੀ ਸੰਘਰਸ਼ ਦੀ ਸ਼ਹੀਦ ਮਾਤਾ ਰਜਿੰਦਰ ਕੌਰ ਦੇ ਘਰ ਦੇ ਵਿੱਚ ਬੈਠੇ ਹਾਂ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਜੀ ਤੁਹਾਡਾ? ਰਜਵੰਤ ਕੌਰ। ਰਾਜਵੰਤ ਕੌਰ ਜੀ, ਮੈਨੂੰ ਜਾਣਕਾਰੀ ਮਿਲੀ ਹੈ ਕਿ ਤੁਸੀਂ ਵੀ ਮਾਤਾ ਜੀ ਦੇ ਨਾਲ ਹੀ ਦਿੱਲੀ ਗਏ ਸੀ। ਹਾਂਜੀ। ਕਿਵੇਂ ਸੀ, ਕੀ ਯਾਦਾਂ ਸੀ, ਕੀ ਗੱਲਬਾਤ, ਔਰ ਕਿਵੇਂ ਮਾਤਾ ਜੀ ਦੇ ਜੀਵਨ ਦਾ ਪੂਰਾ ਹੋਣਾ? ਜਿੱਦਾਂ ਵੀ ਇਦਾਂ ਵੀ ਗੱਲਾਂ ਕਰਦੇ ਸਾਂ ਅਸੀਂ। ਇੱਥੇ ਸਾਡੇ ਨਾ ਗੁਰਦੁਆਰਾ ਵਾ ਜੀ। ਨਹਿਰ ਦੇ ਉੱਤੇ ਜੀ ਇੱਥੇ ਅਸੀਂ ਪੁੰਨਿਆ ਲੱਗਦੀ, ਅਸੀਂ ਪੁੰਨਿਆ 'ਤੇ ਗਏ ਸਾਂ ਜੀ। ਤੇ ਉੱਥੇ ਇਹਨਾਂ ਭੈਣ ਜੀ ਕਵਲ ਹੋਣੀ ਜਿਹੜੇ ਇੱਥੇ ਮੋੜ ਵਾਲੇ ਨੇ ਉਹਨਾਂ ਨੂੰ ਸੱਦਿਆ ਸੀ, ਨਾਲ ਹਰੰਦਾਵਾ ਕੇ ਵੀ ਪਰਿਵਾਰ ਸੀ ਜੀ। ਸਾਰੇ ਇੱਥੇ ਆਏ ਅਸਾਂ ਤੇ ਇੱਥੇ ਗੱਲਬਾਤ ਚੱਲੀ ਸੀ ਤੇ ਅਸੀਂ ਵੀ ਨਹੀਂ ਸਿਆ ਜਾਂਦੇ ਵੀ ਇਦਾਂ ਵੀ ਨਹੀਂ ਘਰੋਂ ਗੁਰਦੁਆਰਾ ਸਾਹਿਬ ਦੇ ਸੇਵਾ ਕਰਦੇ ਆ ਤੇ ਮੈਂ ਆਂਦੀ ਵੀ ਮੈਂ ਨਹੀਂ ਜਾਣਾ, ਦਿੱਲੀ ਨਹੀਂ ਜਾਣਾ ਹੈ। ਹਾਂਜੀ। ਮੈਨੂੰ ਕਹਿੰਦੇ ਵੀ ਨਹੀਂ ਚੱਲੀਏ ਇੱਕ ਵਾਰ ਵੇਖੀਏ ਸਹੀ ਵੀ ਕੀ ਇੰਨੀ ਦੁਨੀਆ ਜਾਣ ਡਈ, ਇੰਨੀ ਸ਼ਹੀਦ ਹੋ ਗਈ ਆ ਤੇ ਆਪਾਂ ਘਰ ਹੀ ਬੈਠੇ ਆ। ਮੈਂ ਕਿਹਾ ਬੈਠੇ, ਮੈਂ ਹਾਂ ਵੀ ਮਾਮੀ ਜੀ ਮੇਰਾ ਸਰਦਾ ਨਹੀਂ। ਕਹਿੰਦੇ ਨਹੀਂ ਜਾਣਾ ਜ਼ਰੂਰ, ਭਾਵੇਂ 2 ਦਿਨ ਵਾਸਤੇ ਹੀ ਜਾਈਏ। ਮਤਲਬ ਤੁਹਾਨੂੰ ਮਜਬੂਰ ਵੀ ਕੀਤਾ ਤੇ ਸਮਝਾਇਆ ਵੀ ਕਿ ਕਿਉਂ ਜਾਣਾ ਚਾਹੀਦਾ। ਹਾਂਜੀ ਹਾਂਜੀ। ਮੁੜ ਕੇ ਕਹਿੰਦੇ ਵੀ ਨਹੀਂ ਆਪਾਂ ਵੀ ਕੋਈ ਫ੍ਰੀ ਜਾਣਾ ਵਾ, ਫ੍ਰੀ ਆਉਣਾ, ਕੋਈ ਇਹੋ ਜਿਹਾ ਚੱਕਰ ਨਹੀਂ ਹੈਗਾ ਆਪਣੇ ਨਾਲ ਜਾਣ ਦਾ। ਵੀ ਕੋਈ ਪੈਸਾ ਧੇਲੇ ਦੀ ਲੋੜ ਆ ਤੇ ਉਹ ਆਪੇ ਵੀ ਰੰਧਾਵਾ ਸਾਹਿਬ ਹੋਣੀ ਜਾਂ ਵੀ ਇਹ ਜਿਹੜੇ ਵੀਰ ਇੱਥੋਂ ਦੇ ਸੀ ਜਥੇਬੰਦੀ ਵਾਲੇ ਹਾਂਜੀ ਇਹ ਕਰਨਗੇ। ਮੈਂ ਕਿਹਾ ਵੀ ਚਲੋ ਠੀਕ। ਮੈਂ ਘਰ ਗਈ, ਮੈਂ ਸਲਾਹ ਕਰਕੇ ਮੈਂ ਕਿਹਾ ਮਾਮੀ ਜੀ ਠੀਕ ਹੈ ਆਪਾਂ ਚੱਲ ਜਾਂਗੇ ਜੀ। ਅਸੀਂ ਗਏ ਆ, ਬੜੀਆਂ ਸੋਹਣੀਆਂ ਗੱਲਾਂ ਸਾਡੇ ਨਾਲ ਕਰਦੇ ਰਹੇ ਆ। ਉੱਥੇ ਅਸੀਂ ਜਦੋਂ ਵੀ ਰਾਹ 'ਚ ਵੀ ਲੰਮੇ ਪਏ ਇਦਾਂ ਤੇ ਮੈਂ ਕਿਹਾ ਵੀ ਮਾਮੀ ਜੀ ਤੁਸੀਂ ਲੰਮੇ ਪੈ ਗਏ? ਕਹਿੰਦੀ ਨਹੀਂ ਮੈਂ ਨਾ ਉਦਾਂ ਹੀ ਪੈ ਗਈ ਆ, ਕੋਈ ਗੱਲ ਨਹੀਂ ਆਪਾਂ ਪਹੁੰਚ ਜਾਣਾ ਵਾ। ਮੈਂ ਠੀਕ ਆ। ਅਸੀਂ ਬਹੁਤ ਸੋਹਣੀਆਂ ਗੱਲਾਂ ਬਾਤਾਂ ਕਰਦੇ ਤੁਰੇ ਗਏ ਆ। ਜਦੋਂ ਅਸੀਂ ਉੱਥੇ ਵੀ ਪਹੁੰਚੇ ਆ ਤੇ ਚਾਹ ਪੀਤੀ ਆ, ਚਾਹ ਪੀ ਕੇ ਲੰਮੇ ਪੈ ਗਏ ਆ। ਕਹਿੰਦੀ ਪ੍ਰਸ਼ਾਦਾ ਛਕਣਾ ਵਾ। ਮੈਂ ਕਿਹਾ ਚਲੋ ਕੋਈ ਨਹੀਂ। ਉਹ ਵੀਰ ਜਿਨ੍ਹਾਂ ਦੇ ਵੀ ਅਸੀਂ ਜੇ ਗਏ ਉਹਨਾਂ ਨੇ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਸੀ ਜੀ। ਬਹੁਤ ਸੋਹਣਾ ਸਾਡੇ ਨਾਲ ਉਹਨਾਂ ਨੇ ਵੀ ਸਾਥ ਸਾਡਾ ਦਿੱਤਾ, ਨਾਲ ਵੀ ਨਿਭਾਇਆ, ਸਾਡੇ ਵੀ ਗਿਆਨ ਦੀ ਸੇਵਾ ਪਾਣੀ ਬਹੁਤ ਵਧੀਆ ਕੀਤੀ ਆ ਜੀ ਜੀ। ਤੇ ਅਸੀਂ ਦਿਨੇ ਉੱਠੇ ਆਂ ਤੇ ਸਾਨੂੰ ਉਹਨਾਂ ਨੇ ਕਿਹਾ ਵੀ ਗੁਰਦੁਆਰਾ ਵੀ ਹੈਗਾ, ਤੁਸੀਂ ਸੇਵਾ ਕਰਨ ਜਾਣੀ ਹੋਵੇ ਤੇ ਜਾ ਸਕਦੇ, ਉੱਥੇ ਜਾ ਸਕਦੇ। ਹਾਂਜੀ। ਅਸੀਂ ਇਦਾਂ ਚੱਲ ਗਏ ਆ ਤੇ ਉਹ ਵੀ ਅਸੀਂ ਉੱਥੇ ਕੋਈ ਲੰਗਰ ਲੱਗਾ, ਅਸੀਂ ਸੇਵਾ ਕਰਨੇ ਜੀ। ਉਹ ਹਰਿਆਣੇ ਦੇ ਸੀ। ਕਹਿੰਦੇ ਵੀ ਵੀਰ ਕਹਿਣ ਲੱਗੇ ਵੀ ਤੁਸੀਂ ਮਾਤਾ ਇੱਥੇ ਆਇਆ ਕਰੋ, ਪ੍ਰਸ਼ਾਦਾ ਛਕਿਆ ਕਰੋ, ਵੀ ਸੇਵਾ ਕਰਿਆ। ਸਾਡੇ ਨਾਲੋਂ ਦੂਣੀ ਸੇਵਾ ਮਾਤਾ ਨੇ ਕੀਤੀ ਉੱਥੇ। ਅੱਛਾ, ਉੱਥੇ ਜਾ ਕੇ ਉਹਨਾਂ ਦੇ ਲੰਗਰ 'ਚ? ਹਾਂਜੀ, ਬਹੁਤ ਬਰਤਨ ਵੀ ਸਾਫ਼ ਕਰਕੇ ਆਉਣੇ। ਚੱਲ ਵੀ ਸਾਡੇ ਤੋਂ ਪਹਿਲਾਂ ਜਾਣਾ, ਪਹਿਲਾਂ ਜਾਂਦਿਆਂ ਮੈਡੀਕਲ ਵਾਲੇ ਕੋਲ ਜਾਣਾ, ਕਹਿਣਾ ਵੀ ਮੇਰਾ ਬੀਪੀ ਚੈੱਕ ਕਰ ਦੇ, ਮੈਂ ਵੀ ਸ਼ੂਗਰ ਚੈੱਕ ਕਰਾ ਕੇ ਬੀਪੀ ਚੈੱਕ ਕਰਾ ਕੇ ਫਿਰ ਉੱਥੇ ਲੰਗਰ 'ਚ ਚੱਲ ਜਾਣਾ। ਪਹਿਲਾਂ ਉੱਥੇ ਜਾ ਕੇ ਉਹਨੇ ਪਰੌਂਠੇ ਨਾਲ ਤਿਆਰ ਵੀ ਸਾਰਾ ਸਮਾਨ ਰਲਾ ਕੇ ਨਾਲ ਤਿਆਰ ਕਰਾ ਕੇ ਸਾਡੇ ਨਾਲ। ਅਸੀਂ ਜਦੋਂ ਮੈਂ ਇਦਾਂ ਵੀ ਇੱਥੇ ਆਏ ਆ ਤੇ ਮੈਨੂੰ ਕਹਿੰਦੀ ਮੈਂ ਤੇਰੇ ਲਈ ਪ੍ਰਸ਼ਾਦਾ ਲੈ ਗਈ। ਮੈਂ ਕਿਹਾ ਮਾਮੀ ਜੀ ਮੇਰਾ ਪ੍ਰਸ਼ਾਦਾ ਆਉਣ ਡਿਆ, ਮੈਂ ਛਕ ਲੈਣਾ, ਕੋਈ ਗੱਲ ਨਹੀਂ ਤੁਸੀਂ ਛਕੋ। ਮੈਨੂੰ ਕਹਿੰਦੀ ਨਹੀਂ ਮੈਂ ਤੇਰੇ ਲਈ ਲੈ ਕੇ ਆਈ। ਮੈਂ ਛਕਿਆ, ਬੈਠੇ ਆਂ ਗੱਲਾਂ ਬਾਤਾਂ ਕਰਦੇ ਜੀ। ਬਹੁਤ ਸੋਹਣੀਆਂ। ਇਹੋ ਜਿਹੀ ਨਹੀਂ ਸੀ ਵੀ ਕੋਈ ਵੀ ਸਾਨੂੰ ਹੈਗਾ ਨਹੀਂ ਵੀ ਸਾਡੇ ਕੋਲੋਂ ਮਾਤਾ ਇਹ ਵੀ ਵਿਛੋੜਾ ਪਾ ਜੂਗੀ। ਵੀ ਗੱਲਾਂ ਵੀ ਬਹੁਤ ਸੋਹਣੀਆਂ ਸਾਡੇ ਨਾਲ ਕਰਦੀ ਰਹੀ ਆ। ਫਿਰ ਉਹ ਆਪਣੇ ਵੀ ਇਦਾਂ ਵੀ ਕਰਦੀ ਆ, ਦੋਤੇ ਨੂੰ ਫੋਨ ਲਾ ਲਾ, ਮੈਨੂੰ ਮੇਰੇ ਬੇਟੇ ਨੂੰ ਫੋਨ ਲਾ ਦੇ। ਅੱਛਾ। ਤੇ ਗੱਲਬਾਤ ਵੀ ਮੇਰੇ ਫੋਨ ਤੋਂ ਹੀ ਵੀ ਕਰਦੇ ਸੀ ਜ਼ਿਆਦਾ ਜੀ। ਤੇ ਇਹਨਾਂ ਦਾ ਵੀ ਵੀਰ ਜੀ ਹੋਣਾ ਦਾ, ਭਾਜੀ ਹੋਣਾ ਦਾ ਫੋਨ ਵੀ ਮੈਨੂੰ ਹੀ ਜਾਂਦਾ ਹੁੰਦਾ ਸੀ। ਤੇ ਤੁਹਾਡੇ ਕੋਲ ਹੀ ਸੀਗਾ? ਹਾਂਜੀ। ਇਹ ਵੀ ਬਹੁਤ ਸੋਹਣੀਆਂ ਗੱਲਾਂ ਬਾਤਾਂ ਜਾਂ ਕਿਦਾਂ ਜਦੋਂ ਮੁੱਕਦੇ ਆ ਉਦੋਂ ਵੀ ਨੱਚ ਕੇ ਹਟੇ ਆ ਪਹਿਲੋਂ। ਅੱਛਾ, ਹਾਂ ਮੈਨੂੰ ਉਹ ਵਾਲਾ ਦੱਸੋ ਕਿ ਕੀ ਕਿਵੇਂ ਹੋਇਆ ਉਹ ਜਿਹੜੇ ਅਖੀਰਲੇ 2-3 ਘੰਟੇ? ਇਦਾਂ ਬੈਠੇ ਆ ਤੇ ਮੈਡਮ ਆਈ ਆ ਕਵਲ ਮੋੜ ਵਾਲੀ ਤੇ ਕਹਿੰਦੀ ਆ ਵੀ ਅੱਜ ਵੀ ਕੋਈ ਪ੍ਰੋਗਰਾਮ ਕਰ ਲਓ, ਸਵੇਰੇ ਤੇ ਆਪਾਂ ਚੱਲ ਜਾਣਾ ਜੀ। ਤੇ ਇਹ ਕਹਿੰਦੇ ਆ ਵੀ ਚਲੋ, ਮੈਂ ਤੇ ਆਂਦੀ ਅੱਗੇ ਵੇਖਣ ਡਈ ਆ ਵੀ ਕੋਈ ਨਹੀਂ ਨੱਚਣ ਵਾਲੀ ਹੈਗੀ, ਕੋਈ ਜਣੀ ਨੱਚੇ ਤੇ ਸਹੀ ਆਂਦੀ ਉੱਠ ਕੇ। ਪਹਿਲੀਆਂ ਚ ਉੱਠ ਕੇ ਇਹਨਾਂ ਬੋਲੀ ਪਾਈ ਆ ਕਹਿੰਦੀ ਮੈਨੂੰ ਤੇ ਅਹਿਸਾਸ ਚੜ ਗਿਆ। ਮੁੜ ਕੇ ਕਹਿੰਦੀ ਨਹੀਂ ਉਹ ਆਪਾਂ ਰੇਲ ਬਣਾਈਏ। ਅੱਛਾ, ਮੋਦੀ ਦੀ ਰੇਲ ਬਣਾਈਏ ਆਪਾਂ, ਉਹ ਵੀ ਬਣਾਈ ਆ, ਬੋਲੀ ਵੀ ਪਾਈ, ਨੱਚੀ ਆ ਤੇ ਮੁੜ ਕੇ ਅੰਦਰ ਬਹਿ ਗਈ ਸਿਰ ਵਾਉਂਦੀ। ਮੈਂ ਮਾਮੀ ਤੈਨੂੰ ਜਾਪਦਾ ਵਾਵਾ ਸਾਹ ਚੜ ਗਿਆ? ਕਹਿੰਦੀ ਹਾਂਜੀ ਮੈਂ ਸਾਹ ਪੁੱਤ ਚੜ ਗਿਆ। ਬੈਠੇ ਗੱਲਾਂ ਗੁੱਲਾਂ ਕਰਦੇ, ਮੁੜ ਕੇ ਲੰਮੇ ਪਏ। ਕਹਿੰਦੇ ਵੈਸੇ ਮਾਮੀ ਦੀ ਸਰੀਰ ਢਿੱਲਾ ਹੋ ਗਿਆ ਜ਼ਿਆਦਾ। ਮੈਂ ਕੋਈ ਨਹੀਂ ਮਾਮੀ ਸਵੇਰੇ ਆਪਾਂ ਘਰ ਚੱਲ ਜਾਣਾ, ਨਹੀਂ ਕਿਉਂ ਵੀ ਕਰਦੇ ਇਦਾਂ। ਉੱਥੇ ਮੁੜ ਕੇ ਜਿਹੜੇ ਸਾਡੇ ਨਾਲ ਹੋਰ ਸਾਥੀ ਉਹ ਕਹਿਣ ਲੱਗੇ ਵੀ ਮਾਵੇ ਦੇ ਆ ਤੇ ਨਾਲ ਵੀ ਤੁਰਦੇ ਨਹੀਂ ਗੇ, ਵੀ ਇਹਨਾਂ ਦੀ ਬਿਮਾਰ ਆ ਔਰਤ ਤੇ ਇਹ ਨਾਲ ਨਹੀਂ ਕੋਈ ਤੁਰਦੇ। ਮੈਂ ਤੇ ਭੈਣ ਰਾਜ ਕਹਿਣ ਲੱਗੇ ਮੈਂ ਵੀ
ਸਾਡੇ ਨਾਲ ਜਨਾਨੀਆਂ 2 ਆ। ਹੂੰ ਮੈਨੂੰ ਬੁਖਾਰ ਵੀ ਚੜਿਆ ਸੀ ਬਹੁਤ, ਇਹਨਾਂ ਨੂੰ ਪਤਾ ਹੈ। ਜੀ ਮੈਂ ਉਹ ਲਾ ਕੇ ਲੀੜਾ, ਮੈਂ ਕਿਹਾ ਵੀ ਕਿਹੜੀ ਨਹੀਂ ਤੁਰਦੀ, ਮੈਂ ਤੁਰੂ। ਹੂੰ ਅਸੀਂ ਲੈ ਕੇ ਦੋਵੇਂ ਜਾਣੀਆਂ ਗਈਆਂ। ਹੂੰ ਰਾਜ ਇਹਨੂੰ ਕਹਿੰਦੀ ਆ ਵੀ ਰਾਜ ਮੈਨੂੰ ਕਾਲੀ ਪੈਂਦੀ ਹੈ, ਉੱਠ ਕੇ ਬਹਿੰਦੀ ਆ, ਤੇ ਇਹਨਾਂ ਲੰਮੇ ਰਾਤੀ ਇਹ ਪਾਣੀ ਪੀ ਮੰਗਿਆ, ਪਾਣੀ ਪਿਆ। ਬਾਅਦ ਚ ਨਹੀਂ ਉਹਨਾਂ ਕੋਈ ਗੱਲ ਸਾਡੇ ਨਾਲ ਕੀਤੀ। ਹੂੰ ਇੱਕ ਵਾਰ ਪਾਣੀ ਮੰਗਿਆ, ਮੁੜ ਕੇ ਨਹੀਂ ਉਹਨਾਂ ਗੱਲ ਕੀਤੀ। ਅਸੀਂ ਜਦੋਂ ਉੱਥੇ ਅੰਦਰ ਲੈ ਗਏ, ਉਹਨਾਂ ਜਾ ਕੇ ਕਿਹਾ ਤੁਹਾਡੀ ਕੀ ਲੱਗਦੀ? ਅਸੀਂ ਆਖਿਆ ਵੀ ਸਾਡੀ ਮਾਂ ਹੀ ਆ। ਜੀ ਜੀ ਸਾਡੀ ਮਾਂ ਵਾ, ਹੂੰ ਤੁਸੀਂ ਸਾਨੂੰ ਦੱਸੋ ਜੋ ਵੀ ਇਹ ਗੱਲ। ਇਹਦੇ ਐਕਸੇ ਬੇਟੇ ਨੂੰ ਲੈ ਕੇ ਆਓ ਜਾਂ ਕਿਸੇ ਨੂੰ। ਮਾਂ ਵੀ ਅਸੀਂ ਸਭ ਕੁਝ ਆ ਵੀ ਬੇਟਾ ਨਹੀਂ ਨਾਲ ਆ। ਹਾਂ ਫਿਰ ਉਹਨਾਂ ਆਖਿਆ ਇਹਦੀ ਸ਼ੂਗਰ ਵੀ ਵੱਧ ਗਈ ਆ, ਅੱਛਾ ਇਹਨਾਂ ਦਾ ਵੀ ਬੀਪੀ ਬਹੁਤ ਜ਼ਿਆਦਾ ਹੋ ਗਿਆ, ਹੂੰ ਤੇ ਇਹਨਾਂ ਦਾ ਵੀ ਮੁਸ਼ਕਲ ਆ। ਹੂੰ ਅਸੀਂ ਕਿਹਾ ਵੀ ਕੋਈ ਗੱਲ ਨਹੀਂ। ਫਿਰ ਅਸੀਂ ਦੋਵਾਂ ਭੈਣਾਂ ਨੇ ਸਲਾਹ ਕੀਤੀ ਆ ਬਹਿ ਕੇ ਗੱਡੀ 'ਚ। ਹੂੰ ਅਸੀਂ ਫਿਰ ਇਹਨੂੰ ਭਾਜੀ ਉਹਨਾਂ ਨੂੰ ਫੋਨ ਲਾਇਆ, ਇਹਨਾਂ ਨੂੰ ਦੱਸਿਆ ਵੀ ਇਦਾਂ ਆ ਗੱਲ ਆ। ਇਹਨਾਂ ਕਿਹਾ ਵੀ ਆਪਾਂ ਹੁਣ ਵੀ ਭੈਣ ਜੀ ਕੀ ਕਰ ਸਕਦੇ ਆ, ਚਲੋ ਜੋ ਮਹਾਰਾਜ ਦੇ ਹੱਕ 'ਚ ਆ। ਤੇ ਪਰ ਉਹਨਾਂ ਸਾਨੂੰ ਇਹੋ ਹੀ ਰਾਹ 'ਚ ਕਿਹਾ ਸੀ। ਮੈਂ ਕਹਿੰਦੀ ਆ ਵੀ ਮੈਂ ਦਿੱਲੀ ਸ਼ਹੀਦ ਹੋਵਾਂ। ਸ਼ਹੀਦ ਹੋਵਾਂ, ਮੇਰਾ ਇੱਕ ਨਾਂ ਬਣੇ ਦਿੱਲੀ ਦੇ ਵਿੱਚ ਵੀ ਮੈਂ ਠੀਕ ਕਿਸੇ ਵਾਸਤੇ ਮੌਤ ਦਿੱਤੀ ਆ। ਮੇਰੇ ਇੰਨੇ ਪੁੱਤ, ਇੰਨੀਆਂ ਧੀਆਂ, ਇੰਨੇ ਮੇਰੇ ਭਰਾ, ਇੰਨੇ ਵੀ ਮੇਰੇ ਵੀ ਚਲ ਗਏ ਨੇ। ਜੀ ਜੀ ਤੇ ਮੈਂ ਕੀ ਕਰਨਾ? ਮੈਂ ਇਹ ਜ਼ਿੰਦਗੀ ਨੂੰ ਦਿੱਲੀ ਦੇ ਲੇਖੇ ਲਾਉਣੀ ਚਾਹੁੰਦੀ। ਇਹ ਜਜ਼ਬੇ ਕਿੱਥੋਂ ਆਉਂਦੇ ਨੇ ਲੋਕੋ? ਸਤਿ ਸ਼੍ਰੀ ਅਕਾਲ ਬੀਬੀ, ਕੀ ਨਾਂ ਜੀ ਤੁਹਾਡਾ? ਮਨਜੀਤ ਕੌਰ। ਬੀਬੀ ਤੁਹਾਡੀ ਮਾਤਾ ਨਾਲ ਕੋਈ ਯਾਦ ਜਾਂ ਤੁਸੀਂ ਕਿਵੇਂ ਦੇਖਦੇ ਹੋ? ਹਾਂਜੀ, ਸਾਡੀ ਜਠਾਣੀ ਲੱਗਦੀ ਸੀ ਹੂੰ ਤੇ ਇੱਥੇ ਨਹਾ ਨੂੰ ਕੇ ਬੈਠੀ, ਮੈਨੂੰ ਕਹਿੰਦੀ ਮਨਜੀਤ ਚੱਲੀਏ, ਤੇ ਮੈਂ ਹੱਸ ਪਈ, ਮੈਂ ਨਹੀਂ ਜਾਣਾ, ਟਾਈਮ ਨਹੀਂ ਹੈਗਾ ਘਰ ਜਾਣ ਦਾ। ਇਹ ਭੈਣ ਜੀ ਦਾ ਨਾਂ ਲਿਆ, ਆਂਦੀ ਉਹਨੂੰ ਵੀ ਕਿਹਾ ਤੇ ਉਹ ਵੀ ਕਹਿੰਦੀ ਨਹੀਂ ਜਾਣਾ। ਮੈਂ ਉਹਨੂੰ ਬੜੀ ਮਜ਼ਾਜ ਜੀ ਨਾਲ ਆਖਿਆ, ਮੈਂ ਕਿਹਾ ਦਿੱਲੀ ਜਾ ਕੇ ਕੀ ਕਰਨਾ ਈ? ਟਰਾਲੀ ਤੇ ਚੜਿਆ ਨਹੀਂ ਜਾਂਦਾ, ਗੱਡੀ ਤੇ ਸਾਡੇ ਕੋਲ ਚੜਿਆ ਨਹੀਂ ਜਾਂਦਾ, ਲੱਤਾਂ ਤੇ ਤੁਰਦੀਆਂ ਨਹੀਂ। ਆਂਦੀ ਨਾ ਤੁਰਨ, ਨਾ ਤੁਰਨ। ਮੈਨੂੰ ਉਹਨੇ ਪੈਸੇ ਖੋਲ ਕੇ ਵਿਖਾਏ, ਕਹਿੰਦੀ ਇੰਨੇ ਪੈਸੇ ਮੈਂ ਟਾਰੀਆਂ ਲਿਆਈ ਆ, 2000 ਮੈਂ ਦੇਵ ਕੋਲ ਲੱਗੀ ਲੈਣ। ਜੀ ਤੇ ਮੈਂ ਕਿਹਾ ਤੂੰ ਪੈਸੇ ਲੈ ਜਾਂਦੀ, ਪੈਸੇ ਹੋਰ ਵੀ ਹੈਗੇ ਮੇਰੇ ਟਾਰੀ, ਕੋਈ ਗੱਲ ਨਹੀਂ ਮੈਂ ਲੈ ਆਉਣੀ ਆ, ਤੂੰ ਜਾਣਾ ਤੇ ਮੇਰੇ ਨਾਲ ਤੁਰ ਪਾ। ਮੈਂ ਉਹਨੂੰ ਮਜ਼ਾਕ ਜੀ ਬੜੀ ਕਰਦੀ ਹੁੰਦੀ ਆ ਵੀ ਤੇਰਾ ਖਰਚਾ ਮੈਂ ਕਰ ਦੂੰਗੀ ਤੈਨੂੰ ਆਉਂਦੀ ਹੈ। ਮੈਂ ਮਜ਼ਾਕ ਜੀ ਉਹਨੂੰ ਬੜੀ ਕਰਦੀ ਹੁੰਦੀ ਆ, ਜਦੋਂ ਉਹਨਾਂ ਨੇ ਮੇਰੇ ਹਾਸੇ ਨਾਲ ਗੱਲ ਕਰ ਜਾਣੀ। ਤੇ ਆਂਦੀ ਆ ਨਹਾ ਨੂੰ ਕੇ ਬੈਠੀ, ਮੈਂ ਕਿਹਾ ਤੂੰ ਤੇ ਐਵੇਂ ਚੱਲੀ ਜਿੱਦਾਂ ਸਹੁਰੇ ਚੱਲੀ ਆ ਮਖੌਲ ਨਾਲ। ਆਂਦੀ ਨਹੀਂ ਮੈਂ ਤੇ ਦਿੱਲੀ ਚੱਲੀ। ਮੈਂ ਕਿਹਾ ਦਿੱਲੀ ਜਾ ਕੇ ਕਿਤੇ ਹੋਰ ਨਾ ਕੰਮ ਕਰ ਲਈ। ਆਂਦੀ ਜੇ ਚੱਲ ਜੂੰਗੀ ਤੇ ਕੋਈ ਗੱਲ ਨਹੀਂ, ਦੁਨੀਆ ਦੇ ਨਾਂ ਤੇ ਲੱਗੂਗੀ, ਤੇ ਤੂੰ ਮੇਰੇ ਨਾਲ ਆ ਜਾ। ਮੇਰੇ ਮੂੰਹੋਂ ਉਹਦੇ ਕੋਲ ਨਾ ਹੀ ਨਿਕਲਦੀ ਰਹੀ ਆ ਵੀ ਨਹੀਂ ਜਾਣਾ, ਨਹੀਂ ਜਾਣਾ। ਇਹ ਭੈਣ ਜੀ ਨੂੰ ਵੀ ਆਂਦੀ ਤੇ ਇਹ ਵੀ ਭੈਣ ਜੀ ਹੱਸਣ ਡੈ ਗਈ ਦੋਵੇਂ ਹੀ। ਅਸੀਂ ਬੜਾ ਮਜ਼ਾਕ ਜਿਹਾ ਕੀਤਾ ਤੇ ਮੁੜ ਕੇ ਤੁਰ ਪਈ ਆ। ਸਵੇਰੇ ਜਦੋਂ ਗਈ ਉਦੋਂ ਤਾਂ ਮੈਨੂੰ ਮਿਲੀ ਨਹੀਂ, ਰਾਤ ਮੈਨੂੰ ਮਿਲੀ ਆ, ਕੇ ਚਲੇ ਗਈ ਆ। ਤੇ ਉਤਾਂ ਉਹਦਾ ਪਿਆਰ ਬੜਾ ਹੀ ਸਾਡੇ ਨਾਲ, ਮਹਾਰਾਜ ਉਹਦਾ ਸੁਰਗਾਂ 'ਚ ਵਾਸਾ ਰੱਖੇ। ਬੜਾ ਪਿਆਰ ਹੀ, ਆਂਢ ਗੁਆਂਢ ਸਾਨੂੰ ਆਸਰਾ ਬੜਾ ਹੀ ਉਹਦਾ। ਹਾਂਜੀ, ਆਵਾਜ਼ ਬਹੁਤ ਸੋਹਣੀ ਸੀ ਉਹਦੀ। ਇਹ ਕਹਾਣੀਆਂ ਸੁਣ ਕੇ ਜਾਂ ਇਹ ਗੱਲਾਂ ਸੁਣ ਕੇ ਕਈ ਵਾਰੀ ਜਜ਼ਬਾਤੀ ਵੀ ਹੋ ਜਾਂਦੇ ਆ, ਪਰ ਕਈ ਵਾਰੀ ਚੇਤਨਤਾ ਵੀ ਆਉਂਦੀ ਹੈ। ਉਹ ਚੇਤਨਤਾ ਇਸ ਕਰਕੇ ਆਉਂਦੀ ਹੈ ਕਿ ਜਦੋਂ ਇਹ ਬਜ਼ੁਰਗ ਕਹਿ ਸਕਦੇ ਆ ਕਿ ਸਾਨੂੰ ਦੇਸ਼ ਦੇ ਜਾਂ ਕੌਮ ਦੇ ਲੇਖੇ ਲੱਗਣਾ ਚਾਹੀਦਾ, ਸਾਡਾ ਐਡਾ ਵੱਡਾ ਸੰਘਰਸ਼ ਚੱਲ ਰਿਹਾ, ਤਾਂ ਫਿਰ ਨੌਜਵਾਨਾਂ ਨੂੰ ਕੀ ਹੋ ਜਾਂਦਾ ਜਾਂ ਜਿਹੜੇ ਸਹੀ ਸਰੀਰਾਂ ਵਾਲੇ ਨੇ ਉਹਨਾਂ ਨੂੰ ਕੀ ਹੋ ਜਾਂਦਾ। ਹਾਲਾਂਕਿ ਇਸ ਚੱਲ ਰਹੇ ਕਿਸਾਨੀ ਘੋਲ ਦੇ ਵਿੱਚ, ਚੱਲੇ ਕਿਸਾਨੀ ਘੋਲ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੇ ਉਹਨਾਂ ਦੇ ਉੱਤੇ ਲੱਗੀਆਂ ਕੁੱਲ ਤੌਹਮਤਾਂ ਔਰ ਅਲਾਮਤਾਂ ਦਾ ਮੂੰਹ ਤੋੜ ਜਵਾਬ ਦਿੱਤਾ ਸੀ। ਨੌਜਵਾਨੀ ਨੇ ਸਾਰੇ ਬਾਰਡਰਾਂ ਦੇ ਉੱਤੇ ਬਹੁਤ ਭਰਪੂਰ ਸਾਥ ਦਿੱਤਾ, ਔਰ ਉਸ ਤੋਂ ਵੱਡਾ ਤੇ ਵੱਧ ਕੇ ਸਾਥ ਸਾਡੇ ਬਜ਼ੁਰਗਾਂ ਨੇ, ਬੀਬੀਆਂ, ਮਾਈਆਂ, ਭੈਣਾਂ ਤੇ ਬਜ਼ੁਰਗ ਬਾਬਿਆਂ ਨੇ ਦਿੱਤਾ ਸੀ। ਇਸੇ ਕਰਕੇ ਸ਼ਾਇਦ ਨੌਜਵਾਨੀ ਤੁਰੀ ਸੀ। ਇਹ ਇਸੇ ਕਰਕੇ ਉਹ ਜਜ਼ਬਾ ਆਇਆ ਸੀ ਕਿ ਪੰਜਾਬ ਦੇ ਵਿੱਚ ਬਾਰਡਰਾਂ ਤੇ ਬੈਠੇ, ਪੰਜਾਬ ਦੇ ਵਿੱਚ ਸੜਕਾਂ ਤੇ ਬੈਠੇ ਜਦੋਂ ਇਹ ਖਬਰਾਂ ਆਉਂਦੀਆਂ ਸੀ ਕਿ ਫਲਾਣੇ ਟੋਲ ਪਲਾਜ਼ੇ ਦੇ ਉੱਤੇ ਫਲਾਣਾ ਫਲਾਣਾ ਬਜ਼ੁਰਗ ਸ਼ਹੀਦ ਹੋ ਗਿਆ, ਤੇ ਫਿਰ ਨੌਜਵਾਨਾਂ ਨੂੰ ਵੀ ਮਜਬੂਰ ਹੋ ਕੇ ਇਸ ਲੜਾਈ ਦੇ ਵਿੱਚ ਉਤਰਨਾ ਪਿਆ ਸੀ ਤੇ ਨਿੱਤਰਨਾ ਪਿਆ ਸੀ। ਵਕਤ ਇੱਕ ਬ੍ਰੇਕ ਦਾ, ਬ੍ਰੇਕ ਦੇ ਬਾਅਦ ਸ਼ਹਾਦਤਾਂ ਦਾ ਸਫ਼ਰ ਜਾਰੀ ਰਹੇਗਾ। ਬ੍ਰੇਕ ਦੇ ਇਸ ਪਾਰ ਤੁਹਾਡਾ ਸਵਾਗਤ ਹੈ। ਸ਼ਹਾਦਤਾਂ ਦਾ ਸਫ਼ਰ ਜਾਰੀ ਹੈ ਔਰ ਇਸ ਦੇ ਉੱਤੇ ਝਾਤ ਮਾਰਨੀ ਵੀ ਬਹੁਤ ਜ਼ਰੂਰੀ ਹੈ। ਬਾਈ ਜਸਕਰਨ ਸਿੰਘ ਸਾਡੇ ਨਾਲ ਨੇ, ਮਾਤਾ ਜੀ ਦੇ ਪੋਤਰੇ ਨੇ। ਜਸਕਰਨ, ਕਿਵੇਂ ਦਾ ਜਜ਼ਬਾ ਸੀ ਤੁਹਾਡੀ ਦਾਦੀ ਦਾ? ਮੂਲ ਨਾਲੋਂ ਵਿਆਜ ਪਿਆਰਾ, ਇੱਕ ਸਿਆਣਿਆਂ ਨੇ ਕਹਾਵਤ ਬਣਾਈ ਹੈ। ਉਹਨਾਂ ਨੂੰ ਆਪਣੇ ਪੁੱਤ ਨਾਲੋਂ ਆਪਣਾ ਪੋਤਰਾ ਵੱਧ ਪਿਆਰਾ ਲੱਗਦਾ ਹੋਊਗਾ ਜਾਂ ਆਪਣੇ ਦੋਹਤਰੇ ਵੱਧ ਪਿਆਰੇ ਲੱਗਦੇ ਹੋਣਗੇ। ਕਿਵੇਂ ਸੀ ਮਾਤਾ ਦਾ ਜਜ਼ਬਾ, ਕਿਵੇਂ ਸੀ ਜਿਵੇਂ ਤੁਸੀਂ ਆਪਣੀ ਦਾਦੀ ਨੂੰ ਦੇਖਿਆ ਇੱਕ ਪੋਤਰੇ ਦੀ ਨਜ਼ਰ 'ਚ? ਦੇਖੋ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮਾਤਾ ਜੀ ਤੋਂ ਬਹੁਤ ਪ੍ਰੇਮ ਮਿਲਿਆ। ਜਿਸ ਤਰ੍ਹਾਂ ਤੁਸੀਂ ਹੁਣੇ ਕਿਹਾ ਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਜੀ, ਉਹਨਾਂ ਬੋਲਣਾ ਤੇ ਉਹ ਬਿਲਕੁਲ ਖਰੇ ਉਤਰੇ ਹੀ। ਬਾਕੀ ਤੁਸੀਂ ਸਾਰਿਆਂ ਤੋਂ ਮਾਤਾ ਜੀ ਦੇ ਜੀਵਨ ਬਾਰੇ ਜਾਣਨਾ ਸਾਰੇ ਹੀ ਪਾ ਚੁੱਕੇ ਆ ਜੀ, ਤੇ ਮੈਂ ਉਹਨਾਂ ਤੋਂ ਜੋ ਸਿੱਖਿਆ ਜੀ, ਉਹਨਾਂ ਦੇ 5 ਬੇਟੀਆਂ 2 ਬੇਟੇ ਸੀ। ਗ੍ਰਸਤੀ ਬਹੁਤ ਭਾਰੀ ਸੀ। ਸਮਾਜ ਸੇਵਾ ਦੇ ਨਾਲ ਨਾਲ
ਉਹਨਾਂ ਘਰ ਗ੍ਰਸਤੀ ਨੂੰ ਵੀ ਬਖੂਬੀ ਨਿਭਾਇਆ। ਹੂੰ ਸਾਨੂੰ ਉੱਧਰੋਂ ਵੀ ਕਦੀ ਕੋਈ ਕਮੀ ਨਹੀਂ ਹਾਂਜੀ ਕਦੀ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਵੀ ਜੋ ਗ੍ਰਸਤੀ ਵਿੱਚ ਜ਼ਰੂਰੀ ਹੁੰਦਾ ਉਹ ਸਭ ਕੁਝ ਉਹਨਾਂ ਨੇ ਕੀਤਾ। ਤੇ ਡਰ ਨਾਂ ਦਾ ਸ਼ਬਦ ਮਤਲਬ ਜੋ ਕੋਈ ਡਰ ਹੈ ਆ ਤੇ ਮੈਂ ਉਹਨਾਂ 'ਚ ਕਦੀ ਨਹੀਂ ਵੇਖਿਆ। ਉਹਨਾਂ ਨੇ ਸਾਨੂੰ ਇਹੀ ਕਿਹਾ ਹੈ ਕਿ ਜ਼ਿੰਦਗੀ 'ਚ ਕਦੀ ਘਬਰਾਉਣਾ ਨਹੀਂ, ਜੇ ਘਬਰਾਓਗੇ ਤੇ ਮੁਸ਼ਕਲਾਂ ਵਧਣਗੀਆਂ, ਮੁਸ਼ਕਲਾਂ ਦਾ ਸਾਹਮਣਾ ਕਰਾਂਗੇ ਤੇ ਮੁਸ਼ਕਲਾਂ ਘਟਣਗੀਆਂ, ਘਬਰਾਉਣਾ ਨਹੀਂ, ਕਦੀ ਵੀ ਘਬਰਾਉਣਾ ਨਹੀਂ। ਤੇ ਇਹ ਮਤਲਬ ਅੱਜ ਵੀ ਮੈਂ ਜ਼ਿੰਦਗੀ ਦੇ ਵਿੱਚ ਮੈਂ ਹੁਣ ਵੀ ਚਲੋ ਕਿਸੇ ਵੇਲੇ ਕੋਈ ਸਮਾਂ ਬਣ ਜਾਂਦਾ ਹੈ ਡਰਨ ਦਾ, ਪਰ ਉਹ ਗੱਲਾਂ ਜਦੋਂ ਯਾਦ ਆਉਂਦੀਆਂ ਨਾ ਤੇ ਫਿਰ ਆਪਣੇ ਆਪ ਹਿੰਮਤ ਬਣ ਜਾਂਦੀ ਆ। ਤੇ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਕਹਿੰਦਾ ਕਿ ਜਦੋਂ ਹਿੰਮਤ ਬਣਦੀ ਹੈ ਤੇ ਫਿਰ ਆਪਾਂ ਸਾਰੇ ਮਸਲੇ ਵੀ ਹੱਲ ਕਰ ਲੈਂਦੇ ਹਾਂ। ਹਾਂਜੀ। ਹੋਰ ਮਾਤਾ ਨਾਲ ਜੁੜੀ ਹੋਈ ਕੋਈ ਯਾਦ ਜਿਹੜੀ ਆਪਾਂ ਸਾਂਝੀ ਕਰਨੀ ਚਾਹੀਏ, ਕਿਉਂਕਿ ਜੇ ਤੁਸੀਂ ਆਖਿਆ ਕਿ ਪਿਆਰ ਬਹੁਤ ਮਿਲਿਆ ਤਾਂ ਯਾਦਾਂ ਵੀ ਕੁਛ ਨਾ ਕੁਛ ਹੁੰਦੀਆਂ ਦੇਖੋ ਜੀ ਮਾਤਾ ਜੀ ਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਲਾਡ ਕਰਦੇ ਹੀ। ਤੇ ਜਿਸ ਦਿਨ ਜਾਣਾ ਸੀ ਮੈਂ ਕਾਫੀ ਕਿਹਾ, ਮੈਂ ਕਿਹਾ ਵੀ ਤੁਸੀਂ ਨਾ ਜਾਓ ਵੀ ਉਮਰ ਹਾਂਜੀ 80+ ਹੀ ਤੇ ਮੈਂ ਕਿਹਾ ਕਿ ਚਲੋ ਰਹਿਣ ਦਿਓ ਕੋਈ ਗੱਲ ਨਹੀਂ। ਕਹਿੰਦੇ ਅੱਗੇ ਤੁਹਾਡੇ ਕਹਿਣ ਤੇ ਮਤਲਬ ਇੱਕ ਦੋ ਜਗ੍ਹਾ ਜਾਣਾ ਸੀ ਤੇ ਅਸੀਂ ਕਿਹਾ ਕਿ ਨਹੀਂ ਜਾਣਾ। ਹਜੂਰ ਸਾਹਿਬ ਦੀ ਯਾਤਰਾ ਤੇ ਜਾਣ ਦੇ ਵਿਚਾਰ ਸੀ ਤੇ ਮੈਂ ਕਿਹਾ ਵੀ ਨਹੀਂ ਆਪਾਂ ਨਹੀਂ। ਤੇ ਉਦੋਂ ਕਹਿੰਦੇ ਮੈਂ ਰੋਗੀ, ਹੁਣ ਮੈਨੂੰ ਰੋਕਣਾ ਨਹੀਂ ਆ ਕਿਸੇ ਨੇ ਵੀ, ਮੈਂ ਜਾਣਾ। ਫਿਰ ਕਹਿੰਦੇ ਵੀ ਮੈਂ ਸ਼ੂਗਰ ਵੀ ਟੈਸਟ ਕਰਵਾਏ ਆ। ਅੱਛਾ। ਹਾਂਜੀ ਤੇ ਬੀਪੀ ਵੀ, ਤੇ ਮੈਂ ਕਾਇਮ ਆ ਤੇ ਉਸ ਤਰ੍ਹਾਂ ਮੈਂ ਜਾਣ ਦੀ ਤਿਆਰੀ ਕਰ ਲਈ ਪੂਰੀ। ਹਾਂਜੀ ਵੀ ਮੈਡੀਸਿਨ ਵੀ ਲੈ ਲਈ ਆ। ਤੇ ਫਿਰ ਪੂਰਾ ਮਨ ਬਣਾ ਲਿਆ। ਫਿਰ ਅਸੀਂ ਫਿਰ ਕੀ ਕਹਿ ਸਕਦੇ, ਡੱਕ ਤੇ ਨਹੀਂ ਨਾ ਸਕਦੇ ਹੁਣ ਇਹਦੇ ਤੋਂ ਜ਼ਿਆਦਾ ਕੀ, ਜਦੋਂ ਉਹਨਾਂ ਤਿਆਰੀ ਕਰ ਹੀ ਲਈ। ਫਿਰ ਇੱਥੋਂ ਤੁਰੇ ਆ, ਜਾਂਦੇ ਜਾਂਦੇ ਫਿਰ ਸਾਨੂੰ ਇਹ ਕਹਿ ਕੇ ਗਏ ਤੇ ਸਾਡਾ ਡੌਗ ਹੀ ਉਹਨਾਂ ਨੇ ਆਪਣੇ ਹੱਥੀਂ ਪਾ ਲਿਆ ਉਹਨੂੰ, ਨਿੱਪਲ ਨਾਲ ਦੁੱਧ ਪਿਆ ਕੇ, ਬੜਾ ਪ੍ਰੇਮ ਹੀ ਉਹਨੂੰ। ਕੀ ਪਤਾ ਉਹਨਾਂ ਦੇ ਮਨ 'ਚ ਹੀ ਜਾਂ ਕਿਸ ਤਰ੍ਹਾਂ ਕੀ ਉਹਨਾਂ ਨੂੰ ਸੋਚ ਆਈ, ਜਾਂਦੇ ਜਾਂਦੇ ਇਹ ਕਹਿ ਕੇ ਗਏ ਕਿ ਹੁਣ ਤੇਰੇ ਖਿਆਲ ਦਾ ਨਹੀਂ ਮੈਨੂੰ ਪਤਾ, ਹੁਣ ਤੇਰਾ ਰੱਬ ਰੱਖਾ ਹੀ ਵੀ ਮਤਲਬ ਮੈਂ ਹੁਣ ਨਹੀਂ ਹੋਣਾ। ਇਹ ਉਹਨਾਂ ਦੇ ਆਖਰੀ ਲਫ਼ਜ਼ ਹੀ। ਤੇ ਬਾਕੀ ਚਲੋ ਜਾਣਾ ਤੇ ਸਭ ਨੇ ਆ ਤੇ ਸਾਨੂੰ ਬੜਾ ਮਤਲਬ ਇਸ ਗੱਲ ਦਾ ਮਾਣ ਮਹਿਸੂਸ ਹੋਇਆ। ਤੇ ਜਿਸ ਕਾਰਨ ਇਸ ਜਿਹੜਾ ਅੰਦੋਲਨ ਖੜਾ ਹੋਇਆ ਸੀਗਾ ਕਿਸਾਨੀ ਸੰਘਰਸ਼, ਇਹਦੇ ਬਾਰੇ ਮਾਤਾ ਜੀ ਕੁਝ ਕਹਿੰਦੇ ਹੋਣ ਜਾਂ ਇਹਦੇ ਬਾਰੇ ਕੋਈ ਗੱਲ ਹੁੰਦੀ ਹੋਵੇ? ਹਾਂਜੀ, ਕਿਉਂਕਿ ਇੱਕ ਜਿਹੜੀ ਮਹੱਤਵਪੂਰਨ ਗੱਲ ਹੈ ਕਿ ਤੁਹਾਡੇ ਕੋਲ ਜ਼ਮੀਨ ਹੈ ਨਹੀਂ। ਹਾਂਜੀ ਹਾਂਜੀ। ਤਾਂ ਇਹਦਾ ਮਤਲਬ ਸਿੱਧੇ ਤੌਰ ਦੇ ਉੱਤੇ ਤੁਹਾਡਾ ਖੇਤੀ ਨਾਲ ਕੋਈ ਤਾਲੁਕ ਨਹੀਂ ਹੈਗਾ। ਹਾਂਜੀ ਠੀਕ ਹੈ, ਤੁਸੀਂ ਦੁੱਧ ਦਾ ਕੰਮ ਕਰਦੇ ਹੋ, ਉਹ ਉਸੇ ਉਹਨਾਂ ਪਰਿਵਾਰਾਂ 'ਚ ਹੀ ਆਉਂਦਾ, ਪਰ ਜ਼ਮੀਨ ਨਹੀਂ ਹੈ, ਤੁਸੀਂ ਆਪ ਖੇਤੀ ਨਹੀਂ ਕਰਦੇ। ਤੇ ਮਾਤਾ ਅੰਦਰ ਇਹ ਅੰਦੋਲਨ ਪ੍ਰਤੀ ਕਿੱਦਾਂ ਦੀ ਵਿਚਾਰ, ਸੋਚ, ਚੇਤਨਤਾ ਜਾਂ ਕਿਹੜੀਆਂ ਗੱਲਾਂ ਕਰਦੇ ਸੀ ਉਹ? ਵੇਖੋ ਜੀ ਆਪਾਂ ਚਲੋ ਜ਼ਮੀਨ ਤਾਂ ਭਾਵੇਂ ਨਹੀਂ ਹੈਗੀ, ਪਰ ਆਪਣਾ ਬੜਾ ਪ੍ਰੇਮ ਪਿਆਰ ਆ ਸਾਰੇ ਕਿਸਾਨ ਭਰਾਵਾਂ ਦੇ ਨਾਲ, ਕਾਫੀ ਜ਼ਿਆਦਾ ਬਣਿਆ ਤੇ ਸਾਰੇ ਮਾਣ ਵੀ ਕਰਦੇ ਆ। ਸ਼ੁਰੂ ਤੋਂ ਵਿੱਚ ਰਹੇ ਆ, ਮਤਲਬ ਪਿੰਡ 'ਚ ਭਾਈਚਾਰਾ ਬਣਿਆ ਹੋਇਆ। ਤੇ ਮੇਰੇ ਦਾਦਾ ਜੀ ਵੀ ਉਦੋਂ ਐਕਸਪਾਇਰ ਨਹੀਂ ਹੋਏ ਤੇ ਇੱਥੇ ਰੂਮ ਦੇ ਵਿੱਚ ਉਹਨਾਂ ਨੇ ਆਪਣੇ ਰੂਮ 'ਚ ਬੈਠੇ ਹੋਣਾ, ਨਾਲ ਹੀ ਬੀਜੀ ਨੇ ਬੈਠੇ ਹੋਣਾ। ਤੇ ਫਿਰ ਉਹ ਦੋਨਾਂ ਜਾਣਿਆਂ ਨੇ ਮਤਲਬ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਨਾ, ਉਦੋਂ ਰਾਤ ਅਸੀਂ ਵੀ ਫ੍ਰੀ ਹੋ ਜਾਣਾ ਤੇ ਬੈਠ ਜਾਣਾ ਤੇ ਫਿਰ ਅਸੀਂ ਕਹਿਣਾ ਕਿ ਇਹ ਮੁਸ਼ਕਲ ਆ, ਮੋਦੀ ਜਿਹੜਾ ਇਹ ਮਤਲਬ ਬਹੁਤ ਢੀਠ ਬੰਦਾ ਹੈਗਾ ਹੈ, ਬਹੁਤ ਢੀਠ ਬੰਦਾ। ਤੇ ਫਿਰ ਉਹ ਉਹਨਾਂ ਨੇ ਕਹਿਣਾ ਨਹੀਂ। ਫਿਰ ਉਹ ਕੁਝ ਦੱਸਿਆ ਕਰਦੇ ਸੀ ਕਿ 17 ਵਾਰ ਮਤਲਬ ਆਪਾਂ ਦਿੱਲੀ ਜਿੱਤੀ ਹੈ ਤੇ 18ਵੀਂ ਵਾਰੀ ਵੀ ਫਤਿਹ ਹੋਣੀ ਹੈ, ਕਿਉਂਕਿ ਇਹ ਅਣਖ ਦਾ ਮਸਲਾ ਬਣ ਚੁੱਕਿਆ ਹੈ। ਤੇ ਚਲੋ ਸਾਨੂੰ ਦੱਸਣਾ ਇੰਨੀ ਸਮਝ ਤਾਂ ਸਾਨੂੰ ਖੁਦ ਵੀ ਹੈ ਕਿ ਜੇ ਮਤਲਬ ਕਿ ਜ਼ਮੀਨ ਹੀ ਖੁੱਸ ਗਈ ਤੇ ਰੋਟੀ ਤੇ ਆਟੋਮੈਟਿਕਲੀ ਸਾਰੇ ਦੇ ਸਭ ਦੇ ਹੱਥੋਂ ਖੁੱਸ ਗਈ। ਤੇ ਚਲੋ ਜਿੰਨਾ ਅਸੀਂ ਵੀ ਆਪਣੇ ਤੌਰ ਤੇ ਵੀ ਪਿੰਡ ਦੇ ਵਿੱਚ ਵੀ ਜਿਨ੍ਹਾਂ ਨੂੰ ਨਹੀਂ ਪ੍ਰੇਰਿਤ ਕੀਤਾ ਵੀ ਇਹ ਇਕੱਲੇ ਕਿਸਾਨੀ ਦਾ ਮਸਲਾ ਨਹੀਂ ਹੈਗਾ, ਇਹ ਸਾਰਿਆਂ ਦਾ ਮਸਲਾ ਹੈ। ਇਹ ਮਸਲਾ ਨਹੀਂ ਹੈਗਾ ਕਿ ਜੇ ਜ਼ਮੀਨ ਉਹਨਾਂ ਤੋਂ ਚੱਲ ਜੂਗੀ ਤੇ ਸਾਨੂੰ ਕੋਈ ਖਤਰਾ ਨਹੀਂ, ਸਭ ਤੋਂ ਪਹਿਲਾ ਖਤਰਾ ਸਾਡੇ ਲਈ ਬਣਨਾ ਹੈ। ਹਾਂਜੀ। ਤੇ ਚਲੋ ਉਹ ਵੀ ਵਿਚਾਰਧਾਰਾ ਮਤਲਬ ਉਹ ਜਦੋਂ ਕਰਨੀ ਆ ਰਾਤ ਉਹਨਾਂ ਵੀ ਦੱਸਣੀ ਆ ਵੀ ਕੋਈ ਗੱਲ ਨਹੀਂ। ਫਿਰ ਉਹ ਜਿਉਂ ਉਹਨਾਂ ਦਾ ਵੱਧਦਾ ਗਿਆ ਉਧਰ ਵੀ ਅੰਦੋਲਨ ਵੀ ਗਾਂਹ ਜਾਰੀ ਰਿਹਾ। ਹਾਂਜੀ ਜਾ ਰਿਹਾ ਸੀ। ਤੇ ਉਹ ਇੱਥੇ ਵੀ ਗੱਲਬਾਤ ਜਦੋਂ ਚੱਲਣੀ ਤੇ ਨਿਊਜ਼ ਵੀ ਵੇਖਣੀਆਂ ਤੇ ਬਕਾਇਦਾ ਡੈਡੀ ਤੋਂ ਵੀ ਉਹਨਾਂ ਪੁੱਛਣਾ ਕਿ ਅੱਜ ਦੀ ਜਿਹੜੀ ਹੈ ਕੀ ਹੋਈ ਹੈ ਵਿਚਾਰਧਾਰਾ ਜਾਂ ਕਿਸ ਤਰ੍ਹਾਂ। ਫਿਰ ਕਰਦੇ ਫਿਰ ਉਹਨਾਂ ਨੇ ਪੂਰਾ ਮਨ ਬਣਾ ਲਿਆ ਵੀ ਹੁਣ ਮੈਂ ਵੀ ਉਹਦੇ ਅੰਦੋਲਨ ਦੇ ਵਿੱਚ ਜਿਹੜਾ ਹੈ ਸ਼ਾਮਲ ਜਾ ਕੇ ਹੋਣਾ ਹੈ। ਹਾਂਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਜੀ ਤੁਹਾਡਾ? ਦਵਿੰਦਰ ਕੌਰ। ਦਵਿੰਦਰ ਕੌਰ ਜੀ, ਤੁਹਾਡਾ ਮਾਤਾ ਜੀ ਹੋਰਾਂ ਨਾਲ ਕੀ ਰਿਸ਼ਤਾ, ਕੀ ਸੰਬੰਧ? ਮੈਂ ਉਹਨਾਂ ਦੀ ਬੇਟੀ ਹਾਂ, ਸਭ ਤੋਂ ਛੋਟੀ। ਹਾਂਜੀ। ਧੀਆਂ ਤੇ ਮਾਵਾਂ ਦੀ ਹਮੇਸ਼ਾ ਹੀ ਬੁੱਕਲ ਸਾਂਝੀ ਹੁੰਦੀ ਹੈ। ਉਹ ਪਿਆਰ ਦੀ ਵੀ ਗੱਲ ਹੈ ਤੇ ਚਾਹੇ ਦੁਨੀਆਦਾਰੀ ਦੀ ਗੱਲ ਹੈ। ਹਾਂਜੀ।
ਬੀਬੀ ਬਾਰੇ ਸਾਰਿਆਂ ਨੇ ਦੱਸਿਆ ਕਿ ਬੀਬੀ ਬਹੁਤ ਨਿਡਰ ਸੀ, ਜਾਗਰੂਕ ਸੀ, ਲੋਕਾਂ ਪਿੱਛੇ ਖੜਦੀ ਸੀ, ਲੋਕਾਂ ਪਿੱਛੇ ਲੜਦੀ ਵੀ ਸੀ, ਸਰਕਾਰਾਂ ਨਾਲ ਵੀ, ਪੁਲਿਸ ਵਾਲਿਆਂ ਨਾਲ ਵੀ। ਤੁਸੀਂ ਕੀ ਸੋਚਦੇ ਹੋ ਤੁਹਾਡੀ ਮਾਂ ਬਾਰੇ ਜਾਂ ਉਸ ਦੇ ਆਖਰੀ ਸਮੇਂ ਬਾਰੇ ਜਾਂ ਅੰਦੋਲਨ 'ਚ ਜਾਣ ਬਾਰੇ? ਮੈਂ ਤਾਂ ਇਹ ਸੋਚਦੀ ਹਾਂ ਕਿ ਜਿਸ ਤਰ੍ਹਾਂ ਦੀ ਸਾਡੀ ਮਾਤਾ ਜੀ ਸੀ ਜਾਂ ਜਿਸ ਤਰ੍ਹਾਂ ਦੀ ਸਾਡੀ ਮਾਂ ਸੀ, ਬਿਲਕੁਲ ਮੈਂ ਉਹਨਾਂ ਦੀ ਤੁਲਨਾ ਧਰਤੀ ਮਾਤਾ ਨਾਲ ਕਰਦੀ। ਵਾਹ। ਇਸ ਕਰਕੇ ਕਿ ਜਿਸ ਤਰ੍ਹਾਂ ਧਰਤੀ ਮਾਤਾ ਹਰ ਇੱਕ ਚੀਜ਼ ਲਈ ਤਿਆਰ ਰਹਿੰਦੀ ਕਿ ਮੈਂ ਤੁਹਾਨੂੰ ਆ ਵੀ ਉਗਾ ਕੇ ਦਿੰਨੀ, ਆ ਵੀ ਉਗਾ ਕੇ ਦਿੰਨੀ, ਇਸੇ ਤਰ੍ਹਾਂ ਸਾਡੀ ਮਾਤਾ ਹਮੇਸ਼ਾ ਤਿਆਰ ਰਹਿੰਦੀ ਸੀ। ਕਿਸੇ ਚੀਜ਼ ਦੀ ਵੀ ਥੋੜ ਹੋਣੀ, ਜੇ ਕੋਲ ਨਹੀਂ ਵੀ ਹੈ ਤਾਂ ਉਹਨੂੰ ਹੌਸਲਾ ਹੀ ਦੇ ਦੇਣਾ, ਕੋਈ ਗੱਲ ਨਹੀਂ, ਕੁਛ ਨਹੀਂ ਹੁੰਦਾ, ਆਪਾਂ ਇਸ ਕੰਮ ਨੂੰ ਕਰ ਸਕਦੇ। ਔਰ ਰਹੀ ਗੱਲ ਮਾਵਾਂ ਧੀਆਂ ਦੀ ਬੁੱਕਲ ਸਾਂਝੀ ਦੀ, ਕਈ ਵਾਰ ਜਦੋਂ ਮੈਨੂੰ ਛੋਟੇ ਹੁੰਦੇ ਆ ਮੈਂ ਉਹਨਾਂ ਕੋਲ ਬਹੁਤ ਜ਼ਿਆਦਾ ਰਹੀ ਹਾਂ ਅਤੇ ਬਹੁਤ ਜ਼ਿਆਦਾ ਉਹਨਾਂ ਦੇ ਨਾਲ ਸੌਂਦੀ ਰਹੀ ਹਾਂ। ਕਦੀ ਮੈਨੂੰ ਡਰ ਲੱਗਣਾ ਨਾ ਤੇ ਮੈਂ ਕਹਿਣਾ ਵੀ ਅੱਜ ਮੈਨੂੰ ਡਰ ਲੱਗਣ ਦਿਆ, ਤੇ ਮਾਤਾ ਜੀ ਨੇ ਕਹਿਣਾ ਡਰ ਲੱਗਣ ਦਿਆ, ਮਾਤਾ ਭਾਗੋ ਦੀਆਂ ਵਾਰਸਾਂ ਨੂੰ ਡਰ ਲੱਗਦਾ। ਅੱਛਾ, ਵਾਹ। ਅੱਛਾ, ਮੈਂ ਆਖਣਾ ਉਹ ਕੌਣ ਨੇ ਮਾਤਾ ਭਾਗੋ ਜੀ? ਫਿਰ ਉਹਨਾਂ ਦੀਆਂ ਕਹਾਣੀਆਂ, ਕਥਾਵਾਂ ਸੁਣਾਉਣੀਆਂ, ਬਾਬਾ ਦੀਪ ਸਿੰਘ ਜੀ ਦੀਆਂ ਕਥਾਵਾਂ ਸੁਣਾਉਣੀਆਂ, ਪੁੱਤ ਡਰਨਾ ਨਹੀਂ। ਬਸ ਇਹੀ ਇੱਕ ਸ਼ਬਦ ਬੋਲ ਦਿੰਦੇ ਸੀ, ਡਰਨਾ ਨਹੀਂ। ਕਿਸੇ ਅੱਗੇ ਝੁਕੋਗੇ ਤਾਂ ਤੁਹਾਨੂੰ ਹੋਰ ਝੁਕਾਉਣ ਵਾਲੇ ਆਉਣਗੇ, ਜੇ ਇੱਕ ਤਾਣ ਕੇ ਖੜੋਗੇ, ਏਕੇ 'ਚ ਰਹੋਗੇ, ਸ਼ਕਤੀ 'ਚ ਰਹੋਗੇ, ਆਪਣੇ ਸਾਰੇ ਭੈਣ ਭਰਾ, ਆਪਣਾ ਪਰਿਵਾਰ, ਪਿੰਡ, ਦੇਸ਼ ਸਾਰੇ ਇਕੱਠੇ ਰਹੋਗੇ, ਕੋਈ ਨਹੀਂ ਤੁਹਾਨੂੰ ਹਰਾਉਣ ਵਾਲਾ। ਇਹੀ ਬਸ ਇਹੋ ਜਿਹੇ ਸ਼ਬਦ ਬੋਲਦੇ ਹੁੰਦੇ। ਅੰਦੋਲਨ ਬਾਰੇ ਕੀ ਗੱਲਬਾਤ ਹੋਈ ਸੀ? ਤੁਹਾਨੂੰ ਵੀ ਲਿਜਾਣ ਨੂੰ ਕਹਿੰਦੇ ਸੀ ਉਹ? ਹਾਂ, ਮੈਨੂੰ ਕਿਹਾ ਸੀ ਉਹਨਾਂ ਨੇ। ਮੈਂ ਉਸ ਵਕਤ ਯਾਤਰਾ ਤੋਂ ਆਈ ਸਾਂ, ਮੈਂ ਯਾਤਰਾ ਗਈ ਸੀ, ਮੈਂ ਤੁਹਾਨੂੰ ਪਹਿਲੇ ਵੀ ਦੱਸਿਆ। ਤਾਂ ਮੈਨੂੰ ਕਹਿੰਦੇ ਕਿ ਚੱਲੀਏ। ਮੈਂ ਕਿਹਾ ਕਿ ਮੈਂ ਤਾਂ ਜਾਣ ਨੂੰ ਤਿਆਰ ਸੀ। ਮੈਂ ਸੋਚਣ ਦੀ ਕਿ ਮਾਤਾ ਜੀ ਸਾਡੇ ਬਜ਼ੁਰਗ ਬਹੁਤ ਨੇ ਤੇ ਕੁਛ ਇਹਨਾਂ ਨੂੰ ਸਰੀਰ ਨੂੰ ਹੋ ਨਾ ਜਾਵੇ ਜੀ। ਤਾਂ ਮੈਂ ਇਹਨਾਂ ਨੂੰ ਕਹਿੰਦੀ ਆ ਕਿ ਨਹੀਂ, ਤੁਸੀਂ ਨਾ, ਆਪਾਂ ਨਹੀਂ ਜਾਣਾ, ਆਪਾਂ ਨਾ। ਮੈਂ ਟਾਲਣ ਦੀ ਸੀ ਕਿ ਆਪਾਂ 14 ਤਰੀਕ ਨੂੰ ਚੱਲ ਜਾਂਗੇ। ਮੈਨੂੰ ਕਹਿੰਦੇ ਵੀ ਦੇਖ ਲਾ, ਜੇ ਕੱਲ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਪੁੱਛੂਗੀ ਕਿ ਜਦੋਂ ਐਡਾ ਵੱਡਾ ਅੰਦੋਲਨ ਹੋਣ ਦਿਆ ਸੀ ਉੱਥੇ ਤੁਹਾਡਾ ਕੌਣ ਗਿਆ ਸੀ ਤੇ ਤੁਸੀਂ ਕੀ ਦੱਸੋਗੇ? ਇਹ ਵੀ ਮਾਤਾ ਨੂੰ ਸੁਰਤ ਸੀ, ਇਹ ਵੀ ਪਤਾ ਸੀ ਬੱਚੇ ਕੀ ਕਹਿਣਗੇ 20 ਸਾਲ ਬਾਅਦ, 30 ਸਾਲ, 50 ਸਾਲ ਬਾਅਦ, ਵੀ ਤੁਹਾਡਾ ਉੱਥੇ ਕੌਣ ਗਿਆ ਸੀ। ਤੇ ਮੈਨੂੰ ਕਹਿੰਦੇ ਤੂੰ ਚੱਲ। ਇਹਨਾਂ ਨੂੰ ਜੋ ਸਾਡੀਆਂ ਬੀਬੀਆਂ ਗਈਆਂ, ਇਹਨਾਂ ਨੂੰ ਵੀ ਉੱਥੇ ਕਹਿੰਦੇ ਰਹੇ, ਆਉਂਦੀ ਵਾਰ ਤੋਂ ਮੇਰੀ ਬੇਟੀ ਵੀ ਆਏਗੀ। ਮੇਰੀ ਤਬੀਅਤ ਥੋੜੀ ਖਰਾਬ ਹੋ ਗਈ ਤੇ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਵੀ ਰਹਿ ਜਾਓ। ਮੈਨੂੰ ਕਹਿੰਦੇ ਠੀਕ ਆ। ਮੈਨੂੰ ਇੱਕਦਮ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ, ਮੈਂ ਨਹੀਂ ਜਾਂਦੀ। ਤੇ ਸਵੇਰੇ ਮੈਂ ਸੁੱਤੀ ਸੀ ਤੇ ਮੈਨੂੰ ਨਹੀਂ ਪਤਾ ਲੱਗਾ। ਸਵੇਰੇ ਜਦੋਂ ਮੈਂ ਉੱਠੀ ਆ ਤੇ ਮੈਂ ਬਹੂਆ ਰਾਣੀਆਂ ਨੂੰ ਪੁੱਛਿਆ ਆਣ ਕੇ ਵੀ ਇਹ ਆ ਸਵੇਰੇ ਸਵੇਰੇ ਸਬਜ਼ੀ ਕਾਹਦੇ ਵਾਸਤੇ ਬਣਾਈ ਜੇ? ਤੇ ਕਹਿੰਦੇ ਕਿ ਬੀਜੀ ਤੇ ਚਲੇ ਗਏ। ਮੈਂ ਕਿਹਾ ਹੋ ਚਲੇ ਗਏ? ਉਹਨਾਂ ਦੀ ਤੇ ਤਬੀਅਤ ਜੇ ਠੀਕ ਨਹੀਂ ਰਹਿੰਦੀ ਵੀ ਮਤਲਬ ਸ਼ੂਗਰ ਆ ਉਹਨਾਂ ਨੂੰ, ਵੈਸੇ ਉੱਦਾਂ ਘੋੜੇ ਵਰਗੇ ਹੀ ਕੁਛ ਨਹੀਂ, ਸ਼ੂਗਰ ਦੇ ਤੌਰ ਤੇ। ਮੈਂ ਕਹਿੰਦੀ ਚਲੇ ਗਏ? ਕਹਿੰਦੇ ਹਾਂ। ਮੈਂ ਕਿਹਾ ਵੇਖ ਲਾ, ਮੈਨੂੰ ਕਹਿੰਦੇ ਹੀ ਨਹੀਂ ਜਾਣਾ ਪਰ ਚਲੇ ਗਏ। ਫਿਰ ਫੋਨ ਤੇ ਵੀ ਗੱਲ ਕਰਦੇ ਰਹੇ ਇਹੋ ਹੀ, ਕੋਈ ਗੱਲ ਨਹੀਂ ਜਿੱਤ ਕੇ ਆਵਾਂਗੇ, ਕੋਈ ਗੱਲ ਨਹੀਂ ਜਿੱਤ ਕੇ ਆਵਾਂਗੇ, ਡਰਨਾ ਨਹੀਂ, ਘਬਰਾਉਣਾ ਨਹੀਂ, ਜਿੱਤ ਕੇ ਆਵਾਂਗੇ ਆਪਾਂ। ਤੇ ਮੈਂ ਜਿਸ ਦਿਨ ਅੰਦੋਲਨ ਦੀ ਜਿੱਤ ਹੋਈ, ਜਿਸ ਦਿਨ ਸਾਰਾ ਲੋਕ ਖੁਸ਼ੀਆਂ ਮਨਾ ਕੇ ਫੁੱਲਾਂ ਦੀ ਵਰਖਾ ਕਰਕੇ ਆਉਂਦਾ ਸੀ, ਉਸ ਦਿਨ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਮੇਰੇ ਮਾਤਾ ਜੀ ਵੀ ਆ ਰਹੇ ਨੇ ਝੰਡਾ ਫੜ ਕੇ, ਕਿਸਾਨੀ ਦੀ ਜਿੱਤ ਕਰਕੇ ਆ ਰਹੇ ਨੇ। ਨਹੀਂ, ਇਹ ਉਹਨਾਂ ਦੀ ਜਿੱਤ ਹੀ ਹੈ ਭੈਣ ਜੀ, ਇਹ ਉਹਨਾਂ ਸ਼ਹੀਦਾਂ ਦੀ ਹੀ ਜਿੱਤ ਹੈ। ਇਹ ਮੇਰੇ ਖਿਆਲ 'ਚ ਇਹ ਜਿਹੜੇ 750 ਤੋਂ ਵੱਧ ਬੀਬੀਆਂ ਸਾਡੀਆਂ ਮਾਤਾਵਾਂ ਭੈਣਾਂ ਔਰ ਮਾਤਾ ਰਜਿੰਦਰ ਕੌਰ ਵਰਗੀ ਬੀਬੀ ਗਈ ਹੈ, ਇਹ ਉਹਨਾਂ ਕਰਕੇ ਹੀ ਹੋਇਆ ਹੈ। ਕਹਿੰਦੇ ਨੇ ਕਿ ਮਸ਼ਾਲ ਨੂੰ ਜੇ ਜਲਦੀ ਰੱਖਣਾ ਤਾਂ ਉਹ 'ਚ ਲਹੂ ਦਾ ਖੂਨ ਪਾਉਣਾ ਪੈਂਦਾ, ਤੇ ਇਹਨਾਂ ਨੇ ਆਪਣੇ ਸਭ ਤੋਂ ਵੱਡਾ ਬਲੀਦਾਨ ਦਿੱਤਾ। ਇਸ ਸਭ ਤੋਂ ਵੱਡੇ ਬਲੀਦਾਨ ਦੇ ਸਫ਼ਰ ਦੀ ਅੱਜ ਦੀ ਬਾਤ ਨੂੰ, ਅੱਜ ਦੀ ਗਾਥਾ ਨੂੰ ਤੁਸੀਂ ਕਿਵੇਂ ਵੇਖਦੇ ਹੋ, ਕਿਵੇਂ ਸਮਝਦੇ ਹੋ? ਇਹ ਕਿਰਤੀ ਲੋਕਾਂ ਦਾ ਜਜ਼ਬਾ ਹੈ, ਇਹ ਕਿਰਤੀ ਲੋਕਾਂ ਦੀ ਜਿੱਤ ਹੈ, ਇਹ ਮਿਹਨਤਕਸ਼ਾਂ ਦੀ ਜਿੱਤ ਹੈ। ਇਹ ਸਾਮਰਾਜੀ ਤਾਕਤਾਂ ਔਰ ਉਹਨਾਂ ਰਾਜਨੀਤਿਕ ਲੋਕਾਂ ਦੇ ਮੂੰਹ ਦੇ ਉੱਤੇ ਚਪੇੜ ਹੈ ਜਿਨ੍ਹਾਂ ਨੇ ਇਹ ਸੋਚ ਲਿਆ ਸੀ
ਕਿ ਮੁੜ ਤੋਂ ਇੱਕ ਸਦੀ ਦੇ ਨੇੜੇ ਤੇੜੇ ਜਾ ਕੇ ਅਸੀਂ ਦੇਸ਼ ਨੂੰ ਅਸਿੱਧੇ ਤਰੀਕੇ ਨਾਲ ਗੁਲਾਮ ਬਣਾ ਲਵਾਂਗੇ। ਕੋਸ਼ਿਸ਼ਾਂ ਤੇ ਸਾਜ਼ਿਸ਼ਾਂ ਹੁਣ ਵੀ ਜਾਰੀ ਨੇ ਪੰਜਾਬ ਦੇ ਉੱਤੇ। ਜਿਸ ਤਰੀਕੇ ਦੀਆਂ ਨੀਤੀਆਂ ਲਾਈਆਂ ਜਾ ਰਹੀਆਂ ਨੇ ਪਿਛਲੇ ਥੋੜੇ ਦਿਨਾਂ ਤੋਂ, ਤੁਹਾਨੂੰ ਗੌਰ ਰੱਖਣਾ ਪਏਗਾ। ਪੰਜਾਬ ਨੂੰ ਮੁੜ ਤੋਂ ਦੱਬਣ ਦੀ ਤਿਆਰੀ, ਕਬਜ਼ਾ ਕਰਨ ਦੀ ਤਿਆਰੀ ਹੋ ਰਹੀ ਹੈ। ਪਰ ਜਦੋਂ ਤੱਕ ਜਾਗਰੂਕਤਾ ਹੈ, ਜਦੋਂ ਤੱਕ ਚੇਤਨਤਾ ਹੈ, ਜਦੋਂ ਤੱਕ ਸ਼ਹੀਦ ਮਾਤਾ ਰਜਿੰਦਰ ਕੌਰ ਵਰਗੀਆਂ ਮਾਈਆਂ ਬੀਬੀਆਂ ਸਾਡੇ ਕੋਲ ਬੈਠੀਆਂ ਨੇ, ਉਦੋਂ ਤੱਕ ਸਾਨੂੰ ਘਬਰਾਉਣ ਦੀ ਜਾਂ ਡਰਨ ਦੀ ਕੋਈ ਲੋੜ ਨਹੀਂ। ਜਿੱਤ ਯਕੀਨੀ ਹੈ। ਸਮਾਂ ਜ਼ਰੂਰ ਲੱਗ ਸਕਦਾ ਹੈ, ਸ਼ਹਾਦਤਾਂ ਜ਼ਰੂਰ ਹੋ ਸਕਦੀਆਂ ਨੇ। ਪ੍ਰਿੰਸ ਭਾਰਦਵਾਜ ਨੂੰ ਅੱਜ ਦੇ ਸ਼ਹਾਦਤਾਂ ਸਫਰੇ ਕਿਸਾਨੀ ਸੰਘਰਸ਼ ਪ੍ਰੋਗਰਾਮ ਤੋਂ ਦਿਓ ਇਜਾਜ਼ਤ। ਕਿਸੇ ਹੋਰ ਸ਼ਹੀਦ ਪਰਿਵਾਰ ਨਾਲ ਤੁਹਾਡੀ ਫਿਰ ਤੋਂ ਮੁਲਾਕਾਤ ਕਰਵਾਵਾਂਗੇ। ਜਿਉਂਦੇ ਰਹੋ, ਵਸਦੇ ਰਹੋ। ਸਤਿ ਸ਼੍ਰੀ ਅਕਾਲ।